ਆਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰਸਾ ਨਾਮ ਉਤੋ ਇਕ ਨਾਲਾ ਤਿਸਕੇ ਤਟ ਗੁਰ ਖਾਡੇ। ਸੁਨ ਕੇ ਜੀਵਨ ਸਿੰਘ ਤੇ ਬੋਲੇ ਗਮਨਹੁ ਹਵੈ ਕਰ ਗਾਡੇ। ਸਰਸਾ ਨਾਮ ਉਤੋ ਇਕ ਨਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ ਸਤ ਸੰਗਤ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਗੁਰੂ ਕੀ ਸੰਗਤ ਜੀ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ। ਸਰਬੱਤ ਗੁਰੂ ਕੀਆਂ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਿਆਈ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਗਰੀਬ ਨਵਾਜ ਸਤਿਗੁਰੂ ਨਾਮੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਸ਼ਮੀਰੀ ਪੰਡਤਾਂ ਦੀ ਬੇਨਤੀ ਸੁਣ ਕਰਕੇ ਜਦੋਂ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਸਾਡਾ ਧਰਮ ਖਤਰੇ ਵਿੱਚ ਹੈ, ਸਾਡੇ ਤਿਲਕ ਤੇ ਜੰਝੂ ਲਾਏ ਜਾ ਰਹੇ ਹਨ, ਆਪ ਕਿਰਪਾ ਕਰੋ, ਸਾਡੇ ਧਰਮ ਦੀ ਰਾਖੀ ਕਰੋ। ਉਸ ਮੌਕੇ ਤੇ ਹਾਣੀਆਂ ਦੇ ਨਾਲ ਖੇਡਦਿਆਂ ਹੋਇਆਂ ਬਾਲ ਰੂਪ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਿਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਆ ਕੇ ਬੈਠਣਾ ਤੇ ਕਹਿਣਾ ਕਿ ਸਤਿਗੁਰੂ ਪਿਤਾ ਜੀ ਇਹ ਕੌਣ ਲੋਕ ਹਨ ਇਸ ਤਰ੍ਹਾਂ ਰੋ ਕੁਰਲਾ ਕੇ ਬੇਨਤੀਆਂ ਕਰ ਰਹੇ ਹਨ। ਨਾਵੇਂ ਬਾਦਸ਼ਾਹ ਨੇ ਕਹਿਣਾ ਕਿ ਲਾਲ ਜੀ ਇਹ ਕਸ਼ਮੀਰ ਦੇ ਪੰਡਤ ਹਨ, ਔਰੰਗਜ਼ੇਬ ਬਾਦਸ਼ਾਹ ਇਹਨਾਂ ਤੇ ਜ਼ੁਲਮ ਢਾ ਰਿਹਾ ਹੈ, ਇਹ ਆਪਣੇ ਧਰਮ ਨੂੰ ਬਚਾਉਣ ਵਾਸਤੇ ਸਾਡੇ ਪਾਸ ਆਏ ਹਨ ਤੇ ਆਪਣੇ ਧਰਮ ਦੀ ਰਾਖੀ ਵਾਸਤੇ ਬੇਨਤੀਆਂ ਕਰਦੇ ਹਨ।
ਆਖਿਆ ਪਿਤਾ ਜੀ ਇਹਨਾਂ ਦੇ ਧਰਮ ਦੀ ਰਾਖੀ ਕਿਵੇਂ ਹੋ ਸਕਦੀ ਹੈ? ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਸੀ, ਪੁੱਤਰ ਲਾਲ ਜੀ, ਕੋਈ ਮਹਾਨ ਹੀ ਮਹਾਂਪੁਰਖ ਹੋਵੇ, ਉਹ ਜਾ ਕਰਕੇ ਕੁਰਬਾਨੀ ਦੇਵੇ ਤੇ ਫਿਰ ਇਹਨਾਂ ਦੇ ਤਿਲਕ ਜੰਝੂ ਬਚ ਸਕਦੇ ਆ, ਇਹਨਾਂ ਦੇ ਧਰਮ ਦੀ ਰਾਖੀ ਹੋ ਸਕਦੀ ਹੈ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਤਾ ਦੀ ਗੋਦ ਵਿੱਚ ਬੈਠਿਆ ਹੋਇਆ ਆਖਿਆ, ਪਿਤਾ ਜੀ ਸਾਰੇ ਸੰਸਾਰ ਵਿੱਚ ਨਿਗਾਹ ਮਾਰੀਏ ਤੇ ਤੁਹਾਡੇ ਤੋਂ ਵੱਡਾ ਕੋਈ ਮਹਾਂਪੁਰਖ ਨਹੀਂ ਹੈ। ਬੋਲੇ ਸੋ ਨਿਹਾਲ। ਆਖਿਆ ਪਿਤਾ ਜੀ ਸਾਡੇ ਪੜਦਾਦਾ ਸਤਿਗੁਰੂ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਹਨ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਗੁਰਤਾ ਗੱਦੀ ਦੇ ਆਪ ਨਾਵੇਂ ਥਾਂ ਤੇ ਸੋਭਨੀਕ ਸਤਿਗੁਰੂ ਹੋ। ਪਿਤਾ ਜੀ ਤੁਹਾਡੇ ਤੋਂ ਵੱਡਾ ਕੋਈ ਦੁਨੀਆ 'ਚ ਮਹਾਂਪੁਰਖ ਨਹੀਂ ਹੈ। ਇਹਨਾਂ ਦੁਖਿਆਰੇ ਪੰਡਤਾਂ ਦੀ ਤੁਸੀਂ ਬਾਹ ਫੜੋ, ਇਹ ਕੁਰਬਾਨੀ ਆਪ ਜੀ ਨੂੰ ਕਰਨੀ ਚਾਹੀਦੀ ਹੈ। ਤੁਸੀਂ ਸ਼ਹਾਦਤ ਪ੍ਰਾਪਤ ਕਰੋ, ਤੁਸੀਂ ਕੁਰਬਾਨੀ ਕਰੋ ਤੇ ਇਹਨਾਂ ਦੇ ਤਿਲਕ ਜੰਝੂ ਬਚਾਓ। ਮੈਂ ਭਾਵੇਂ ਯਤੀਮ ਹੋ ਜਾਵਾਂ, ਮੈਂ ਭਾਵੇਂ ਅਨਾਥ ਹੋ ਜਾਵਾਂ, ਪਰ ਇਹਨਾਂ ਦੇ ਤੁਸੀਂ ਧਰਮ ਦੀ ਰਾਖੀ ਕਰੋ। ਜਦੋਂ ਇਹ ਬਚਨ ਧਰਮੀ ਪਿਤਾ ਨੇ ਕਹਿਣੇ ਬਾਲ ਰੂਪ ਦੇ ਵਿੱਚ, ਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪਿਆਰ ਦਿੰਦਿਆਂ ਹੋਇਆਂ ਸ਼ਾਬਾਸ਼ੇ ਦੇਣੀ। ਆਖਿਆ ਸ਼ਾਬਾਸ਼ ਲਾਲ ਜੀ, ਸ਼ਾਬਾਸ਼ ਪੁੱਤਰ, ਇਹੋ ਹੀ ਆਸ ਉਮੀਦ ਸੀ ਤੈਥੋਂ। ਸੰਭਾਲੋ ਹੁਣ ਇਹ ਸਿੱਖ ਸੰਗਤਾਂ ਤੇ ਅਸੀਂ ਜਾ ਕੇ ਕੁਰਬਾਨੀ ਕਰਦੇ ਹਾਂ। ਕਸ਼ਮੀਰੀ ਪੰਡਤਾਂ ਨੂੰ ਕਹਿਣਾ, ਜਾਓ ਜਾ ਕਰਕੇ ਕਹਿ ਦਿਓ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਸਾਡੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਇਕੱਲਿਆਂ ਨੂੰ ਮੁਸਲਮਾਨ ਬਣਾ ਲਓ। ਜੇ ਉਹ ਇਕੱਲੇ ਹੀ ਮੁਸਲਮਾਨ ਬਣ ਜਾਣਗੇ ਤੇ ਅਸੀਂ ਸਮੂਹ ਦੇਸ਼ ਵਾਸੀ ਹਿੰਦੂ ਤਮਾਮ ਸਾਰੇ ਦੇ ਸਾਰੇ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ। ਜਿਵੇਂ ਡੁੱਬਦੇ ਨੂੰ ਕੋਈ ਆਸਰਾ ਮਿਲਦਾ ਹੈ, ਇਸ ਤਰ੍ਹਾਂ ਦਾ ਆਸਰਾ ਮਿਲਿਆ ਕਸ਼ਮੀਰੀ ਪੰਡਤਾਂ ਨੂੰ। ਉਹਨਾਂ ਨੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣਾ ਤੇ ਔਰੰਗਜ਼ੇਬ ਬਾਦਸ਼ਾਹ ਨੇ ਖਿਆਲ ਕਰਨਾ ਤੇ ਖੁਸ਼ ਹੋਣਾ ਵੀ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਵਿੱਚ ਲਿਆਉਣਾ ਕੋਈ ਔਖਾ ਨਹੀਂ ਹੈ। ਉਹਨਾਂ ਨੂੰ ਜਦੋਂ ਮੈਂ ਮੁਸਲਮਾਨ ਬਣਾ ਲਵਾਂਗਾ ਤੇ ਸਾਰੇ ਦੇਸ਼ ਦੇ ਵਿੱਚ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ। ਸਾਰੇ ਹੁਣ ਇਸਲਾਮ ਹੀ ਇਸਲਾਮ ਹੋਵੇਗਾ ਇੱਥੇ ਦੇਸ਼ ਦੇ ਵਿੱਚ। ਆਪਣੇ ਅਹਿਦੀਆਂ ਨੂੰ ਭੇਜਣਾ, ਹਾੜ ਦੇ ਮਹੀਨੇ ਦੇ ਵਿੱਚ ਅਨੰਦਪੁਰ ਸਾਹਿਬ ਆਏ ਸੀ, ਉਹ ਅਹਿਦੀਏ ਭੇਜੇ ਹੋਏ ਔਰੰਗਜ਼ੇਬ ਦੇ। ਤੇ ਜਦੋਂ ਉਹਨਾਂ ਨੇ ਆ ਕੇ ਤੇ ਬਾਦਸ਼ਾਹ ਦੇ ਬਾਰੇ ਕਿ ਬਾਦਸ਼ਾਹ ਨੇ ਤੁਹਾਨੂੰ ਦਿੱਲੀ ਬੁਲਾਇਆ ਹੈ, ਤੇ ਸਤਿਗੁਰੂ ਨਾਵੇਂ ਪਾਤਸ਼ਾਹ ਨੇ ਕਹਿਣਾ ਵੀ ਅਸੀਂ ਆਪ ਚੱਲ ਕੇ ਆਵਾਂਗੇ। ਕੁਝ ਸਮੇਂ ਬਾਅਦ ਅਸੀਂ ਸਿੱਖ ਸੰਗਤਾਂ ਨੂੰ ਮਿਲਦੇ ਹੋਏ ਦਰਸ਼ਨ ਦੇ ਕੇ ਅਸੀਂ ਆਪ ਦਿੱਲੀ ਆਵਾਂਗੇ। ਉਹ ਅਹਿਦੀਆਂ ਨੂੰ ਵਾਪਸ ਤੋਰ ਦੇਣਾ ਤੇ ਸਤਿਗੁਰੂ ਜੀ ਨੇ ਫਿਰ ਆਪਣੇ ਸਾਹਿਬਜ਼ਾਦੇ ਨੂੰ ਧੀਰਜ ਦੇ ਕੇ ਆਪਣੇ ਮਹਿਲ ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ ਉਸ ਵੇਲੇ ਨਾਮ ਸੀ, ਮਾਤਾ ਜੀ ਨੂੰ ਧੀਰਜ ਦੇ ਕਰਕੇ ਕਿ ਸਾਡੀ ਹੁਣ ਸ਼ਹਾਦਤ ਹੋਣੀ ਹੈ, ਸਾਡੀ ਹੁਣ ਕੁਰਬਾਨੀ ਹੋਣੀ ਹੈ। ਇਹ ਧੀਰਜ ਦੇ ਕਰਕੇ ਤੇ 5 ਸਿੱਖਾਂ ਨੂੰ ਨਾਲ ਲੈ ਕਰਕੇ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਚੱਲ ਪੈਂਦੇ ਹਨ ਹਾੜ ਦੇ ਮਹੀਨੇ ਦੇ ਵਿੱਚ। ਤੇ ਮਹਾਰਾਜ ਦੀ ਸ਼ਹਾਦਤ ਹੋਈ ਹੈ ਮੱਘਰ ਦੇ ਮਹੀਨੇ ਦੇ ਵਿੱਚ। 6 ਮਹੀਨਿਆਂ ਦਾ ਸਮਾਂ ਵਿਚਲਾ ਬਣਦਾ ਹੈ। ਅਨੰਦਪੁਰ ਸਾਹਿਬ ਤੋਂ ਹਾੜ ਦੇ ਮਹੀਨੇ 'ਚ ਚੱਲੇ ਸਤਿਗੁਰੂ ਜੀ। ਇਹ 1732 ਬਿਕਰਮੀ ਸੰਮਤ ਹੈ ਤੇ 1675 ਈਸਵੀ ਸਨ ਹੈ। ਤੇ ਮਹਾਰਾਜ ਸਾਹਿਬ ਰਸਤੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਠਹਿਰੇ। ਜਿੱਥੇ ਪਟਿਆਲੇ ਦੇ ਵਿੱਚ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਸੋਭਾ ਪਾਉਂਦਾ ਹੈ ਨਾ, ਨਾਵੇਂ ਪਾਤਸ਼ਾਹ ਦਾ ਸਥਾਨ, ਉਸ ਸਥਾਨ ਤੇ ਵੀ ਮਹਾਰਾਜ ਸਾਹਿਬ ਜੀ ਲਗਭਗ ਮਹੀਨਾ ਭਰ ਗਰੀਬ ਨਵਾਜ ਸਾਹਿਬ ਜੀ ਉਸੇ ਇਲਾਕੇ ਵਿੱਚ ਠਹਿਰੇ। ਉੱਥੇ ਚਰਨ ਪਾਏ। ਇੱਕ ਮੁਸਲਮਾਨ ਫਕੀਰ ਸੀ, ਉਸ ਨੂੰ ਵੀ ਦਰਸ਼ਨ ਦਿੱਤੇ। ਇਸ ਤਰ੍ਹਾਂ ਵੱਖ-ਵੱਖ ਥਾਵਾਂ ਤੇ ਗਰੀਬ ਨਵਾਜ ਸਾਹਿਬ ਜੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹੋਏ, ਉਪਦੇਸ਼ ਦਿੰਦੇ ਹੋਏ, ਚਮਾਸਾ ਕੱਟ ਕੇ ਤੇ ਮਹਾਰਾਜ ਸਾਹਿਬ ਜੀ ਆਗਰੇ ਪਹੁੰਚਦੇ।
ਔਰ ਆਗਰੇ ਤੋਂ ਨਗਰ ਤੋਂ ਬਾਹਰ-ਬਾਹਰ ਬਾਗ ਵਿੱਚ ਪੜਾ ਕਰਦੇ ਆ। ਉਹਨਾਂ ਦਿਨਾਂ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਵੱਲੋਂ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ ਜਾਂਦਾ ਹੈ। ਇਨਾਮ ਰੱਖ ਦਿੱਤਾ ਜਾਂਦਾ ਹੈ ਵੀ ਜਿਹੜਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਾਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ। ਫੌਜਾਂ ਲੱਭਦੀਆਂ ਫਿਰਦੀਆਂ ਨਾਵੇਂ ਪਾਤਸ਼ਾਹ, ਤੇ ਗਰੀਬ ਨਵਾਜ ਸਾਹਿਬ ਜੀ ਨੇ ਉੱਥੇ ਇੱਕ ਬੱਕਰੀਆਂ ਚਾਰਨ ਵਾਲੇ ਨੂੰ ਕੌਤਕ ਕੀਤਾ। ਇੱਕ ਆਪਣੇ ਹੱਥ ਦੀ ਛਾਪ ਮਹਾਰਾਜ ਸਾਹਿਬ ਜੀ ਨੇ ਸੋਨੇ ਦੀ ਉਸ ਨੂੰ ਦਿੱਤੀ, ਤੇ ਇੱਕ ਦੁਸ਼ਾਲਾ ਸੀ ਉਹ ਦਿੱਤਾ। ਕਹਿਣ ਲੱਗੇ ਭੁੱਖ ਬੜੀ ਲੱਗੀ ਹੈ। ਉਹਨੂੰ ਬੁਲਾ ਕੇ ਨਾਲ ਹੀ ਜਿਹੜੇ ਸਿੱਖ ਸੀ ਭਾਈ ਮਤੀ ਦਾਸ ਸਾਧਕ, ਉਹਨਾਂ ਨੇ ਵਿਚਾਰਿਆ ਵੀ ਗੁਰੂ ਸਾਹਿਬ ਜੀ ਤੇ ਇਸ ਤਰ੍ਹਾਂ ਕਦੀ ਛਕਦੇ ਹੀ ਨਹੀਂ, ਤੇ ਅੱਜ ਇਹ ਕੀ ਕੌਤਕ ਕੀਤਾ। ਉਹ ਜਾਣ ਬੁੱਝ ਕੇ ਗ੍ਰਿਫਤਾਰੀ ਦਾ ਮਹਾਰਾਜ ਨੇ ਕੌਤਕ ਕੀਤਾ। ਉਹ ਆਜੜੀ ਨੂੰ ਬੁਲਾ ਕਰਕੇ ਤੇ ਗਰੀਬ ਨਵਾਜ ਸਾਹਿਬ ਨੇ ਆਖਿਆ ਵੀ ਆ ਛਾਪ ਲੈ ਜਾ ਸੋਨੇ ਦੀ, ਤੇ ਆਹ ਦੁਸ਼ਾਲਾ ਲੈ ਜਾ, ਤੇ ਇਹਨੂੰ ਦੇ ਕਰਕੇ ਤੇ ਇਸ ਦੁਸ਼ਾਲੇ ਵਿੱਚ ਮਠਿਆਈ ਪਵਾ ਕੇ ਲਿਆ ਹਲਵਾਈ ਦੀ ਦੁਕਾਨ ਤੋਂ। ਉਹ ਜਦੋਂ ਗਿਆ ਤੇ ਉਹ ਹਲਵਾਈ ਨੇ ਵੇਖਿਆ ਵੀ ਇੰਨੀ ਕੀਮਤੀ ਇਹ ਛਾਪ ਤੇ ਬੱਕਰੀਆਂ ਚਾਰਨ ਵਾਲੇ ਕੋਲੇ ਕਿੱਥੋਂ ਆਈ, ਇਹ ਦੁਸ਼ਾਲਾ ਬੜਾ ਕੀਮਤੀ ਹੈ। ਉਹਨੇ ਥਾਣੇਦਾਰ ਨੂੰ ਸੱਦ ਲਿਆ, ਕੋਤਵਾਲ ਨੂੰ ਸੱਦ ਲਿਆ। ਪੁੱਛਗਿੱਛ ਹੋਈ। ਉਸ ਬੱਕਰੀਆਂ ਚਾਰਨ ਵਾਲੇ ਨੇ ਆਖਿਆ ਵੀ ਬਾਗ ਵਿੱਚ ਕੋਈ ਰਾਜਾ ਉਤਰਿਆ ਵਾ। ਜਾਣਦਾ ਉਹ ਵੀ ਨਹੀਂ ਸੀ। ਕਹਿੰਦਾ ਕੋਈ ਰਾਜਾ ਉਤਰਿਆ ਵਾ, ਉਸਨੇ ਮੈਨੂੰ ਇਹ ਦੁਸ਼ਾਲਾ ਤੇ ਛਾਪ ਦਿੱਤੀ ਆ। ਫਿਰ ਉੱਥੇ ਉਹ ਸਾਰੀ ਜਦੋਂ ਜਾ ਕੇ ਪਤਾ ਲੱਗਦਾ ਹੈ ਤੇ ਮਹਾਰਾਜ ਸਾਹਿਬ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ, ਤੇ ਗਰੀਬ ਨਵਾਜ ਨੇ ਆਖਿਆ ਵੀ ਸੰਗਤਾਂ ਸਾਨੂੰ ਨਾਵੇਂ ਪਾਤਸ਼ਾਹ ਕਹਿੰਦੀਆਂ ਹਨ ਤੇ ਤੇਗ ਬਹਾਦਰ ਸਾਡਾ ਨਾਮ ਹੈ। ਉਸ ਵੇਲੇ 4 ਚੁਫੇਰੇ ਫੌਜ ਲਾ ਕੇ ਮਹਾਰਾਜ ਨੇ ਤੇ ਆਪ ਗ੍ਰਿਫਤਾਰੀ ਦੇਣੀ ਸੀ, ਕੋਈ ਭੱਜਣਾ ਥੋੜਾ ਸੀ, ਪਰ ਉਹਨਾਂ ਨੇ 4 ਚੁਫੇਰੇ ਫੌਜ ਲਾ ਕੇ ਗੁਰੂ ਸਾਹਿਬ ਜੀ ਨੂੰ ਉੱਥੋਂ ਗ੍ਰਿਫਤਾਰ ਕੀਤਾ ਤੇ ਆਗਰੇ ਲੈ ਕੇ ਗਏ ਜੇਲ੍ਹ ਦੇ ਵਿੱਚ, ਕਿਲੇ ਦੇ ਵਿੱਚ। ਉੱਥੋਂ ਫਿਰ ਫੌਜ ਸੁਨੇਹਾ ਭੇਜਿਆ ਔਰੰਗਜ਼ੇਬ ਬਾਦਸ਼ਾਹ ਨੂੰ, ਤੇ ਔਰੰਗਜ਼ੇਬ ਬਾਦਸ਼ਾਹ ਨੇ ਵੱਡੀ ਗਿਣਤੀ ਵਿੱਚ ਫੌਜ ਭੇਜੀ। ਆਖਿਆ ਵੀ ਨਿਗਰਾਨੀ ਦੇ ਵਿੱਚ, ਇਹ ਫੌਜ ਦੀ ਨਿਗਰਾਨੀ ਦੇ ਵਿੱਚ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਡੇ ਪਾਸ ਇੱਥੇ ਦਿੱਲੀ ਲੈ ਕੇ ਆਓ ਆਗਰੇ ਤੋਂ। ਔਰ ਇੱਥੇ ਮਹਾਰਾਜ ਸਾਹਿਬ ਜੀ ਨੇ ਕਈ ਕੌਤਕ ਕੀਤੇ। ਲੰਮਾ ਇਤਿਹਾਸ ਹੈ, ਜਦੋਂ ਇਸ ਪਵਿੱਤਰ ਗ੍ਰੰਥ ਵਿੱਚੋਂ ਸੰਗਤਾਂ ਨੇ ਪਿੱਛੇ ਸਰਵਣ ਕੀਤਾ ਹੋਵੇਗਾ। ਮਾਈ ਥਾਨ ਗੁਰਦੁਆਰਾ ਸਾਹਿਬ ਵੀ ਆਗਰੇ ਸੋਭਾ ਪਾਉਂਦਾ, ਜਿਸ ਮਾਈ ਨੇ ਥਾਨ ਭੇਟ ਕੀਤਾ ਸੀ ਸਤਿਗੁਰਾਂ ਨੂੰ। ਹੋਰ ਵੀ ਕੌਤਕ ਮਹਾਰਾਜ ਨੇ ਕੀਤੇ। ਤੇ ਔਰੰਗਜ਼ੇਬ ਬਾਦਸ਼ਾਹ ਨੇ ਫੌਜ ਤਾਂ ਭੇਜੀ, ਖਿਆਲ ਕਰਦਾ ਸੀ ਕਿ ਸਿੱਖ ਸ਼ਰਧਾਲੂ ਜਿਹੜੇ ਆ ਉਹ ਹਮਲਾ ਨਾ ਕਰ ਦੇਣ। ਫਿਰ ਇਸੇ ਤਰ੍ਹਾਂ ਜਿਨ੍ਹਾਂ ਰਾਜਪੂਤ ਰਾਜਿਆਂ ਨੂੰ ਇਹਨਾਂ ਦੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ, ਜੇ ਉਹਨਾਂ ਰਾਜਿਆਂ ਨੂੰ ਪਤਾ ਲੱਗ ਗਿਆ ਉਹ ਨਾ ਹਮਲਾ ਕਰ ਦੇਣ। ਇਸ ਕਰਕੇ ਪੂਰੀ ਫੌਜ ਭੇਜ ਕੇ ਆਪਣੀ ਨਿਗਰਾਨੀ ਵਿੱਚ ਸਤਿਗੁਰੂ ਜੀ ਨੂੰ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਪਹਿਲਾਂ ਬੜੇ ਪਿਆਰ ਦੇ ਨਾਲ, ਵਿਖਾਵੇ ਦਾ ਪਿਆਰ ਸੀ ਜਿਹੜਾ, ਉਹ ਅਸਲੀ ਪਿਆਰ ਨਹੀਂ, ਸਿਰਫ ਉੱਪਰਲਾ ਗੱਲਾਂ ਵਾਲਾ। ਉਸ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਬਾਦਸ਼ਾਹ ਨੇ ਕੁਝ ਸਤਿਕਾਰ ਦੇ ਬੋਲ ਵੀ ਬੋਲੇ ਆਪਣੀ ਸਭਾ ਦੇ ਵਿੱਚ। ਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ ਵੀ ਸਤਿਗੁਰੂ ਜੀ, ਮੈਂ ਚਾਹੁੰਦਾ ਵਾਂ ਵੀ ਬੜੇ ਝਗੜੇ ਚੱਲਦੇ ਰਹਿੰਦੇ ਆ ਮਜ਼ਹਬਾਂ ਦੇ, ਧਰਮਾਂ ਦੇ, ਤੇ ਇੱਕੋ ਹੀ ਧਰਮ ਹੋਵੇ ਤੇ ਝਗੜੇ ਹੀ ਮਿਟ ਜਾਣ, ਲੜਾਈ ਮਿਟ ਜਾਵੇ। ਹਰ ਇੱਕ ਬੰਦਾ ਆਪਣੇ ਆਪਣੇ ਧਰਮ ਨੂੰ ਵੱਡਾ ਕਹਿੰਦਾ ਹੈ, ਤੇ ਮੈਂ ਤਾਂ ਧਰਮਾਂ ਦੇ ਝਗੜੇ ਮਿਟਾਉਣਾ ਚਾਹੁੰਦਾ। ਇਸ ਕਰਕੇ ਮੈਂ ਚਾਹਣਾ ਵੀ ਸਾਰੇ ਪਾਸੇ ਇਸਲਾਮ ਹੀ ਇਸਲਾਮ ਹੋਵੇ। ਤੇ ਸਤਿਗੁਰੂ ਜੀ, ਜੇ ਤੁਸੀਂ ਮੁਸਲਮਾਨ ਹੋ ਜਾਓ ਤੇ ਅਸੀਂ ਤੁਹਾਨੂੰ ਇਸਲਾਮ ਦੇ ਵਿੱਚ ਪੈਗੰਬਰ ਕਰਕੇ ਪੂਜਾਂਗੇ, ਮੁਰਸ਼ਿਦ ਕਰਕੇ ਪੂਜਾਂਗੇ, ਤੁਹਾਡਾ ਵੱਡਾ ਰੁਤਬਾ ਹੋਵੇਗਾ। ਤੇ ਸਤਿਗੁਰੂ ਜੀ ਨੇ ਉਸ ਵੇਲੇ ਜੋ ਬਚਨ ਕੀਤੇ, ਬੜਾ ਲੰਮੇ ਬਚਨ ਹਨ। ਗਰੀਬ ਨਵਾਜ ਕਹਿਣ ਲੱਗੇ, ਬਾਦਸ਼ਾਹ ਜੇ ਇਕੱਲਾ ਇਸਲਾਮ ਹੀ ਪੈਦਾ ਹੋਣਾ ਹੁੰਦਾ ਨਾ ਤੇ ਪਰਮੇਸ਼ਰ ਕਿਸੇ ਨੂੰ ਹਿੰਦੂਆਂ ਦੇ ਘਰੇ ਜਨਮ ਹੀ ਨਾ ਦਿੰਦਾ। ਜੇ ਇਕੱਲੇ ਮੁਸਲਮਾਨ ਹੀ ਪੈਦਾ ਹੋਣੇ ਹੁੰਦੇ ਤੇ ਕਿਸੇ ਨੂੰ ਹਿੰਦੂਆਂ ਦੇ ਘਰ ਜਨਮ ਹੀ ਨਾ ਦਿੰਦਾ। ਤੇ ਗਰੀਬ ਨਵਾਜ ਸਾਹਿਬ ਜੀ ਨੇ ਹੋਰ ਵੀ ਬੇਅੰਤ ਬਚਨ ਕਹੇ। ਆਖਿਰਕਾਰ ਮਹਾਰਾਜ ਸਾਹਿਬ ਜੀ ਨੂੰ ਉਹਨੇ ਪਹਿਲਾਂ ਲਾਲਚ ਦਿੱਤਾ, ਫਿਰ ਡਰਾਵਾ ਵੀ ਦਿੱਤਾ, ਮਹਾਰਾਜ ਨੂੰ ਗ੍ਰਿਫਤਾਰ ਕਰ ਦਿੱਤਾ। ਪਿੰਜਰੇ ਦੇ ਵਿੱਚ ਸਾਧ ਸੰਗਤ ਜੀ ਫਿਰ ਗਰੀਬ ਨਵਾਜ ਸਾਹਿਬ ਨੂੰ ਰੱਖਿਆ ਗਿਆ।
ਤੇ ਉਸੇ ਪਿੰਜਰੇ ਵਿੱਚ ਰਹਿੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਾਂ ਦੇ ਘਰੇ ਸੰਗਤਾਂ ਨੂੰ ਦਰਸ਼ਨ ਵੀ ਦਿੰਦੇ ਪਏ। ਇਧਰ ਪਿੰਜਰੇ ਵਿੱਚ ਵੀ ਕਈਆਂ ਸ਼ਰਧਾਲੂ ਸੰਗਤਾਂ ਦੀ ਭਾਵਨਾ ਸੀ ਸਤਿਗੁਰੂ ਜੀ ਸਾਨੂੰ ਆ ਕੇ ਦਰਸ਼ਨ ਦੇਣ, ਤੇ ਮਹਾਰਾਜ ਅੰਮ੍ਰਿਤ ਵੇਲੇ ਇਧਰ ਪਿੰਜਰੇ ਵਿੱਚ ਵੀ ਆ, ਉਧਰ ਨਦੀ ਦੇ ਕਿਨਾਰੇ ਤੇ ਇਸ਼ਨਾਨ ਵੀ ਕਰਦੇ ਪਏ। ਕਈਆਂ ਨੇ ਵੇਖੇ ਤੇ ਹੈਰਾਨ ਹੁੰਦੇ ਸਨ ਉਸ ਵੇਲੇ। ਅੱਜ ਦਾ ਜੋ ਦਿਨ ਹੈ, ਅੱਜ ਦੇ ਦਿਨ ਗਰੀਬ ਨਵਾਜ਼ ਸਾਹਿਬ ਜੀ ਨੇ ਉਸ ਪਿੰਜਰੇ ਵਿੱਚ ਬੈਠੇ ਹੋਏ ਆ। ਅੱਜ ਤੋਂ ਪਹਿਲਾਂ ਮਹਾਰਾਜ ਨੇ ਭੋਗ ਦੇ ਸ਼ਲੋਕ ਉਚਾਰਨ ਕਰਕੇ ਇੱਕ ਸਿੱਖ ਦੇ ਰਾਹੀਂ ਆਨੰਦਪੁਰ ਸਾਹਿਬ ਭੇਜੇ, ਔਰ ਉਹਨਾਂ ਸ਼ਲੋਕਾਂ ਦੇ ਵਿੱਚ ਇੱਕ ਮਹਾਰਾਜ ਨੇ ਦੋਹਰਾ ਉਚਾਰਨ ਕਰਕੇ ਭੇਜਿਆ। ਦੋਹਰਾ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤਿਓ ਪਾਏ, ਕਹੋ ਨਾਨਕਿਆ ਵਿਓਟ ਹਾਰ, ਗਜ ਜਿਉ ਹੋ ਸਹਾਏ। ਇੱਥੋਂ ਤੀਕ ਸ਼ਲੋਕ ਉਚਾਰਨ ਕਰਕੇ ਭੇਜੇ ਮਹਾਰਾਜ। ਇਹਦੇ ਤੋਂ ਅਗਲੇ ਜਿਹੜੇ ਉਹ ਨਹੀਂ ਭੇਜੇ, ਇੱਥੋਂ ਤੀਕ। ਤੇ ਸਿੱਖ ਨੂੰ ਜਿਹੜਾ ਆਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਸੀ ਸਿੱਖ ਵੀ ਸਤਿਗੁਰੂ ਪਿਤਾ ਜੀ ਦਾ ਪਤਾ ਲੈ ਕੇ ਆ, ਉੱਥੇ ਕੀ ਕੁਝ ਹੋ ਰਿਹਾ। ਜਿਹੜਾ ਦਰੋਗਾ ਸੀ ਨਾ ਕਿਲੇ ਵਾਲਾ, ਉਹ ਵੀ ਸਤਿਗੁਰੂ ਨਾਵੇਂ ਪਾਤਸ਼ਾਹ ਦਾ ਸ਼ਰਧਾਲੂ ਬਣ ਚੁੱਕਾ ਸੀ। ਉਹਨੇ ਉਸ ਪਿੰਜਰੇ ਦੇ ਕੋਲੇ ਉਸ ਸਿੱਖ ਨੂੰ ਲਿਜਾਇਆ ਤੇ ਮਹਾਰਾਜ ਨਾਲ ਗੱਲਬਾਤ ਹੋਈ। ਸਤਿਗੁਰਾਂ ਨੇ ਜਦੋਂ ਇਹ ਭੋਗ ਦੇ ਸ਼ਲੋਕ ਉਚਾਰਨ ਕਰਕੇ ਭੇਜੇ ਤੇ ਵਿਸ਼ੇਸ਼ ਕਰਕੇ ਸਿੱਖ ਨੂੰ ਆਖਿਆ ਕਿ ਸਿੱਖਾਂ, ਇਹ ਜਿਹੜਾ ਸਾਡਾ ਦੋਹਰਾ ਉਚਾਰਨ ਕੀਤਾ ਹੋਇਆ ਨਾ, ਇਹਦਾ ਉੱਤਰ ਲੈ ਕੇ ਆਉਣਾ ਸਾਡੇ ਸਾਹਿਬਜ਼ਾਦੇ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ। ਇਸ ਗ੍ਰੰਥ ਵਿੱਚ ਇਹ ਬਚਨ ਆਇਆ। ਤੇ ਫਿਰ ਜਦੋਂ ਜਾ ਕੇ ਉਹ ਸ਼ਲੋਕ ਭੇਟ ਕੀਤੇ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਹ ਸ਼ਲੋਕ ਪੜ੍ਹੇ ਸਾਰੇ ਸੰਗਤਾਂ ਦੇ ਵਿੱਚ। ਆਨੰਦਪੁਰ ਸਾਹਿਬ ਦੋਹਰਾ ਪੜ੍ਹਿਆ। ਫਿਰ ਸਿੱਖ ਨੂੰ ਪੁੱਛਿਆ ਕਿ ਪਿਤਾ ਜੀ ਨੇ ਕੁਝ ਆਖਿਆ ਤੇ ਨਹੀਂ ਸੀ। ਸਿੱਖ ਕਹਿਣ ਲੱਗਾ ਵੀ ਸਤਿਗੁਰੂ ਜੀ, ਪਿਤਾ ਜੀ ਨੇ ਇਹ ਗੱਲ ਆਖੀ ਸੀ ਨਾਵੇਂ ਪਾਤਸ਼ਾਹ ਨੇ ਵੀ ਇਹ ਜਿਹੜਾ ਦੋਹਰਾ ਹੈ ਇਹਦਾ ਉੱਤਰ ਲੈ ਕੇ ਆਉਣਾ ਸਾਡੇ ਸਾਹਿਬਜ਼ਾਦੇ ਤੋਂ। ਤੇ ਮਹਾਰਾਜ ਨੇ ਦੋਹਰਾ ਫੇਰ ਪੜਿਆ। ਗਰੀਬ ਨਵਾਜ਼ ਸਾਹਿਬ ਜੀ ਪੜ੍ਹਦੇ ਵੀ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤਿਓ ਪਾਏ, ਕਹੋ ਨਾਨਕੀ ਆਵੇ ਓਟ ਹਾਰ, ਗਜ ਜਿਉ ਹੋ ਸਹਾਏ। ਇਹਦੇ 'ਚ ਬਚਨ ਆ ਰਿਹਾ ਵੀ ਬਲ ਛੁੱਟ ਗਿਆ ਹੈ, ਬੰਧਨ ਪੈ ਗਏ ਹਨ, ਕੋਈ ਯਤਨ ਨਹੀਂ ਹੋ ਰਿਹਾ, ਕੋਈ ਉਪਾਅ ਨਹੀਂ ਹੋ ਰਿਹਾ ਹੈ। ਜਿਵੇਂ ਗਜ ਹਾਥੀ ਦੀ ਰੱਖਿਆ ਕੀਤੀ, ਇਸ ਤਰ੍ਹਾਂ ਪ੍ਰਭੂ ਸਹਾਇਤਾ ਕਰੋ। ਫਿਰ ਕਲਗੀਧਰ ਪਾਤਸ਼ਾਹ ਜੀ ਨੇ ਇਹਦੇ ਤੋਂ ਅਗਲਾ ਬਚਨ ਉਚਾਰਨ ਕੀਤਾ। ਭਾਈ ਕਾਹਨ ਸਿੰਘ ਨਾਭਾ ਨੇ ਵੀ ਲਿਖਿਆ ਹੈ। ਉਹ ਕਹਿੰਦੇ ਵੀ ਇਹ ਜਿਹੜਾ ਅਗਲਾ ਬਚਨ ਫਿਰ ਹੈ, ਇਹ ਕਲਗੀਧਰ ਪਾਤਸ਼ਾਹ ਨੇ ਉਚਾਰਿਆ। ਆਖਿਆ ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤਿ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਵੀ ਸਤਿਗੁਰੂ ਪਿਤਾ ਜੀ, ਤੁਹਾਡਾ ਬਲ ਨਹੀਂ ਛੁੱਟਿਆ ਹੈ, ਤੁਹਾਡਾ ਬਲ ਹੈ। ਇਹਦੇ ਕਰਕੇ ਇਹ ਜਿੰਨੇ ਬੰਧਨ ਪਾ ਰਿਹਾ ਨਾ ਰੰਗਜੇ ਬਾਦਸ਼ਾਹ, ਬੰਧਨ ਛੁੱਟ ਜਾਣਗੇ। ਜਿਹੜੇ ਤਿਲਕ ਜੰਝੂ ਲਾ ਰਿਹਾ ਵਾ ਉਹ ਲੱਥਣੇ ਹਟ ਜਾਣਗੇ ਆਪ ਜੀ ਦੀ ਕੁਰਬਾਨੀ ਦੇ ਬਲ ਸਦਕਾ। ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤੇ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਜਦੋਂ ਇਹ ਦੋਹਰਾ ਇਹ ਬਚਨ ਜਿਹੜਾ ਮਹਾਰਾਜ ਦਸਮ ਪਾਤਸ਼ਾਹ ਨੇ ਉਚਾਰ ਕੇ ਸਿੱਖ ਤੋਂ ਭੇਜਿਆ, ਜਦੋਂ ਉਸ ਥਾਂ ਤੇ ਸਿੱਖ ਪਹੁੰਚਿਆ ਤੇ ਨਾਵੇਂ ਪਾਤਸ਼ਾਹ ਨੇ ਬਚਨ ਪੜ੍ਹਿਆ, ਮਹਾਰਾਜ ਬੜੇ ਖੁਸ਼ ਹੋਏ। ਸਿੱਖ ਨੂੰ ਆਖਿਆ ਵੀ ਹੁਣ 5 ਪੈਸੇ ਤੇ ਨਾਲੀਅਰ ਲੈ ਕੇ ਆ ਬਾਜ਼ਾਰ ਦੇ ਵਿੱਚ। 5 ਪੈਸੇ ਤੇ ਨਾਲੀਅਰ ਲੈ ਕੇ ਆਇਆ ਸਿੱਖ। ਤੇ ਮਹਾਰਾਜ ਨੇ ਪਿੰਜਰੇ ਵਿੱਚ ਬੈਠੇ ਹੀ ਇਹਦੇ ਤੋਂ ਜਿਹੜੇ ਅਗਲੇ ਸ਼ਲੋਕ ਹਨ ਸਮਾਪਤੀ ਤੱਕ ਭੋਗ ਦੇ ਸ਼ਲੋਕ, ਫਿਰ ਮਹਾਰਾਜ ਨੇ ਉਚਾਰਨ ਕੀਤੇ। 5 ਪੈਸੇ ਨਾਲੀਅਰ ਤੇ ਅਗਲੇ ਸ਼ਲੋਕ ਗੁਰਿਆਈ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਉੱਥੋਂ ਧਿਆਨ ਨਾਲ ਹੀ ਆਪਣੇ ਸਾਹਿਬਜ਼ਾਦੇ ਨੂੰ ਗੁਰਿਆਈ ਦਿੱਤੀ ਆ। ਤੇ ਫਿਰ ਸਿੱਖ ਨੂੰ ਆਖਿਆ ਵੀ ਵਾਹੋ ਦਾਈ ਹੁਣ ਮੰਜ਼ਲਾ ਮਾਰਦਾ ਆਨੰਦਪੁਰ ਸਾਹਿਬ ਪਹੁੰਚ ਜਾ, ਸਾਡੇ ਕੋਲੇ ਸਮਾਂ ਥੋੜ੍ਹਾ ਹੈ, ਇਸ ਕਰਕੇ ਸਾਡੇ ਸਾਹਿਬਜ਼ਾਦੇ ਦੀ ਝੋਲੀ ਵਿੱਚ ਜਾ ਕੇ ਗੁਰਿਆਈ ਪਾਉਣੀ। ਤੇ ਸਿੱਖ ਨੇ ਅੱਜ ਦੇ ਦਿਨ ਆ ਕੇ ਸਾਧ ਸੰਗਤ ਜੀ ਫਿਰ ਉੱਥੋਂ ਮਹਾਰਾਜ ਨੇ ਗੁਰਿਆਈ ਅੱਜ ਦੇ ਦਿਨ ਦਿੱਤੀ ਆ। ਤੇ ਫਿਰ ਸਿੱਖ ਇਹਨਾਂ ਦਿਨਾਂ ਤੋਂ ਫਿਰ ਉੱਥੋਂ ਦਿੱਲੀ ਤੋਂ ਚੱਲਿਆ ਤੇ ਮੰਜ਼ਲਾ ਮਾਰਦਾ ਹੋਇਆ ਆਨੰਦਪੁਰ ਸਾਹਿਬ ਪਹੁੰਚਿਆ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਆਸਣ ਤੋਂ ਉੱਠ ਕੇ ਤੇ ਆਪਣੀ ਝੋਲੀ ਦੇ ਵਿੱਚ 5 ਪੈਸੇ ਤੇ ਨਾਲੀਅਰ ਤੇ ਇਹ ਸ਼ਲੋਕ ਪਵਾਏ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਬਣੇ। ਤੇ ਅੱਜ ਤੋਂ ਫਿਰ 2 ਦਿਨ ਬਾਅਦ ਸਾਧ ਸੰਗਤ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੱਘਰ ਸੁਦੀ ਪੰਚਵੀਂ ਵਾਲੇ ਦਿਨ। ਸੋ ਅੱਜ 6 ਤਰੀਕ ਹੈ ਤੇ 8 ਤਰੀਕ ਨੂੰ ਮੱਘਰ ਸੁਦੀ ਪੰਚਵੀਂ ਦਾ ਦਿਨ ਹੈ।
ਉਸ ਦਿਨ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਪਹਿਰ ਵੇਲੇ ਸ਼ਹਾਦਤ ਪ੍ਰਾਪਤ ਕੀਤੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਤੋ ਇੰਨੀ ਕੁ ਬੇਨਤੀ ਤਾਂ ਆਰੰਭ ਵਿੱਚ ਇਹ ਸਾਂਝੀ ਕੀਤੀ ਹੈ ਕਿ ਅੱਜ ਦੇ ਦਿਨ ਦਿੱਲੀ ਤੋਂ ਪਿੰਜਰੇ ਵਿੱਚ ਬੈਠੇ ਹੋਏ ਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ। ਤੋ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਦਸਮ ਪਾਤਸ਼ਾਹ ਜੀ ਦੇ ਗੁਰਿਆਈ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਉਂਝ ਗੁਰੂ ਘਰ ਦੇ ਵਿੱਚ ਇਹ ਬਰਾਬਰ ਚੱਲਦਾ ਸਾਧ ਸੰਗਤ ਜੀ, ਜਿੱਥੇ ਵਧਾਈਆਂ ਹਨ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਰਾਮਕਲੀ ਰਾਗ ਵਿੱਚ ਆਨੰਦ ਸਾਹਿਬ ਤੇ ਹਰੇਕ ਸਮੇਂ ਪੜ੍ਹਿਆ ਜਾਂਦਾ ਹੈ ਨਾ। ਜਿੱਥੇ ਆਨੰਦ ਸਾਹਿਬ ਹੈ, ਆਨੰਦ ਸਾਹਿਬ ਤੋਂ ਨਾਲ ਹੀ ਅਗਲੀ ਬਾਣੀ ਸੱਦ ਹੈ। ਜਿੱਥੇ ਗਰੀਬ ਨਵਾਜ਼ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਘੋੜੀਆਂ ਹਨ ਤੇ ਉਸੇ ਹੀ ਰਾਗ ਦੇ ਵਿੱਚ ਅਲਾਣੀਆਂ ਉਚਾਰਨ ਕੀਤੀਆਂ ਮਹਾਰਾਜ ਨੇ। ਘੋੜੀਆਂ ਵੀ ਤੇ ਅਲਾਣੀਆਂ ਵੀ, ਆਨੰਦ ਸਾਹਿਬ ਵੀ ਤੇ ਸੱਦ ਬਾਣੀ ਵੀ। ਤੇ ਇਸ ਕਰਕੇ ਗੁਰੂ ਘਰ ਦੇ ਵਿੱਚ ਇਕੱਠਾ ਹੀ, ਕਿਉਂਕਿ ਜਿੱਥੇ ਵਧਾਈਆਂ ਅੱਜ, ਕਿਉਂਕਿ ਗੁਰਿਆਈ ਜਦੋਂ ਦਿੱਤੀ ਜਾਂਦੀ ਹੈ ਤੇ ਉਦੋਂ ਸਿੱਖ ਸੰਗਤਾਂ ਨੂੰ ਨਾਲ ਹੀ ਉਸ ਵੇਲੇ ਪਤਾ ਲੱਗ ਜਾਂਦਾ ਹੈ ਵੀ ਜੇ ਅਗਲੇ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ ਤੇ ਹੁਣ ਪਿਛਲੇ ਗੁਰੂ ਸਾਹਿਬ ਜੀ ਨੇ ਭਾਣਾ ਵਰਤਾ ਜਾਣਾ ਹੈ। ਨਾਲ ਇਹ ਵੀ ਉਸ ਵੇਲੇ ਹਿਰਦੇ ਵਿੱਚ ਖਿਆਲ ਆ ਜਾਂਦਾ ਵੀ ਹੁਣ ਜੇ ਸਤਿਗੁਰੂ ਨਾਵੇਂ ਪਾਤਸ਼ਾਹ ਨੇ ਗੁਰਿਆਈ ਦੇ ਦਿੱਤੀ ਹੈ, ਇਹਦਾ ਭਾਵ ਇਹ ਵੀ ਨਾਵੇਂ ਪਾਤਸ਼ਾਹ ਜੀ ਹੁਣ ਭਾਣਾ ਵਰਤਾਉਣਗੇ, ਮਹਾਰਾਜ ਦੀ ਸ਼ਹੀਦੀ ਹੋਵੇਗੀ। ਤੇ ਅੱਜ ਤੋਂ 2 ਦਿਨ ਬਾਅਦ ਫਿਰ ਨਾਵੇਂ ਪਾਤਸ਼ਾਹ ਗਰੀਬ ਨਵਾਜ਼ ਸਾਹਿਬ ਜੀ ਦੀ ਸ਼ਹਾਦਤ ਹੋਈ, ਜੋ ਲੜੀਵਾਰ ਗਾਥਾ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਜੀ ਦੀ ਚੱਲ ਰਹੀ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਵੇਂ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ ਤੇ ਸਤਿਗੁਰੂ ਸਰਸਾ ਦੇ ਘਾਟ ਤੇ ਪਹੁੰਚ ਗਏ ਆ। ਪਿੱਛੇ ਗੁਰੂ ਕਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਜੰਗ ਕਰ ਰਹੇ ਆ। ਉਹਨਾਂ ਨੂੰ ਆਪਣੇ ਪਾਸ ਬੁਲਾਉਣ ਵਾਸਤੇ ਭਾਈ ਉਦੇ ਸਿੰਘ ਨੂੰ ਭੇਜਿਆ, ਬੜੀਆਂ ਬਖਸ਼ਿਸ਼ਾਂ ਕਰਕੇ, ਵਰਦਾਨ ਦੇ ਕੇ। ਤੇ ਭਾਈ ਉਦੇ ਸਿੰਘ ਜੀ ਸਿੰਘਾਂ ਦੇ ਸਮੇਤ ਜਾ ਕਰਕੇ ਜ਼ਾਲਮਾਂ ਦੀ ਫੌਜ ਨੂੰ ਰੋਕਿਆ ਹੋਇਆ ਹੈ। ਤੇ ਫਿਰ ਮਹਾਰਾਜ ਸਾਹਿਬ ਜੀ ਦੇ ਪਾਸ ਖਲੋਤੇ ਸੀ ਭਾਈ ਜੀਵਨ ਸਿੰਘ ਜੀ, ਰੰਗਰੇਟਾ ਗੁਰੂ ਕਾ ਬੇਟਾ। ਉਹਨਾਂ ਨਾਲ ਬਚਨ ਕਰਦੇ ਹੋਏ ਮਹਾਰਾਜ ਨੇ ਆਖਿਆ, ਭਾਈ ਜੀਵਨ ਸਿੰਘ ਜੀ ਤੁਸੀਂ ਵੀ ਜਾਓ ਭਾਈ ਅਜੀਤ ਸਿੰਘ ਦੇ ਤਰਫ। ਤੇ ਭਾਈ ਜੀਵਨ ਸਿੰਘ ਨੇ ਆਖਿਆ, ਮਹਾਰਾਜ ਤੁਸੀਂ ਤੇ ਮੇਰੇ ਦਿਲ ਦੀ ਜਾਣੀ ਹੈ। ਮੇਰਾ ਵੀ ਖਿਆਲ, ਮੇਰਾ ਵੀ ਚਿੱਤ ਚਾਹੁੰਦਾ ਸੀ ਕਿ ਮੈਂ ਬਾਬਾ ਅਜੀਤ ਸਿੰਘ ਜੀ ਦੇ ਪਾਸ ਜਾਵਾਂ। ਤੇ ਮਹਾਰਾਜ ਮੈਂ ਹੁਣ ਜਾਵਾਂਗਾ ਤੇ ਇੱਥੋਂ ਤੀਕ ਨਦੀ ਦੇ ਕੰਢੇ ਤੀਕ ਤੇ ਮੈਂ ਆਪ ਜੀ ਦੇ ਸਾਹਿਬਜ਼ਾਦੇ ਨੂੰ ਲੈ ਹੀ ਆਵਾਂਗਾ ਨਾ। ਇੰਨੀ ਕੁ ਤਾਂ ਤਾਕਤ ਤੁਸੀਂ ਮੈਨੂੰ ਦਿੱਤੀ ਆ, ਇੱਥੋਂ ਤੀਕ ਮੈਂ ਜੰਗ ਕਰਦਿਆਂ ਆਪ ਜੀ ਦੇ ਪੁੱਤਰ ਨੂੰ ਲੈ ਆਵਾਂਗਾ ਉਸ ਥਾਂ ਤੋਂ। ਤੇ ਮਹਾਰਾਜ ਸਾਹਿਬ ਜੀ ਨੇ ਜੋ ਫਿਰ ਬਚਨ ਕੀਤੇ ਉਹ ਅੱਜ ਦੇ ਪ੍ਰਸੰਗ ਵਿੱਚ ਅੱਗੇ ਆ ਰਹੇ ਹਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਧਰਦਿਆਂ ਹੋਇਆਂ ਉਚਾਰਨ ਕਰੋ ਜੀ, ਸਤਿਨਾਮ ਸ੍ਰੀ। ਸਰਸਾ ਨਾਮ ਹੋਤੋ ਇੱਕ ਨਾਲਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਸਰਸਾ ਨਾਮ ਦਾ ਇੱਕ ਨਾਲਾ ਸੀ, ਤਿਸ ਕੇ ਤਟ ਗੁਰ ਢਾਡੇ। ਉਹਦੇ ਕੰਢੇ ਦੇ ਉੱਤੇ ਗੁਰੂ ਸਾਹਿਬ ਜੀ ਖਲੋਤੇ ਹੋਏ ਆ। ਕਵੀ ਜੀ ਨੇ ਇੱਥੇ ਨਾਲਾ ਪਦ ਵਰਤਿਆ, ਨਦੀ ਕਹਿ ਲਈਏ, ਨਦੀ। ਹੁਣ ਵੇਖਦੇ ਆ ਵੀ ਸਰਸਾ ਨਾਮ ਦੀ ਨਦੀ ਸੇ ਤੇ ਉਹਦੇ ਕੰਢੇ ਦੇ ਉੱਤੇ ਮਹਾਰਾਜ ਸਾਹਿਬ ਜੀ ਖਲੋਤੇ ਹੋਏ ਹਨ। ਸੁਣ ਕੇ ਜੀਵਨ ਸਿੰਘ ਦੇ ਬੋਲੇ। ਭਾਈ ਜੀਵਨ ਸਿੰਘ ਤੋਂ ਸੁਣ ਕਰਕੇ ਕਲਗੀਧਰ ਪਾਤਸ਼ਾਹ ਬੋਲੇ, ਗਮਨੋ ਹਵੈ ਕਰ ਗਾਡੇ। ਮਹਾਰਾਜ ਕਹਿੰਦੇ ਜੀਵਨ ਸਿੰਘ ਤਕੜੇ ਹੋ ਕਰਕੇ ਜਾਓ, ਕਰੜੇ ਹੋ ਕੇ, ਕਰੜੇ ਹੱਥੀਂ ਜਾਓ, ਤਕੜੇ ਹੋ ਕੇ ਜਾਓ। ਪਹੁੰਚੋ ਇਸ ਨਾਲੇ ਕੇ ਤਟ ਲਓ। ਤੇ ਮਹਾਰਾਜ ਕਹਿਣ ਲੱਗੇ ਵੀ ਸਾਹਿਬਜ਼ਾਦੇ ਨੂੰ ਲੈ ਕਰਕੇ ਤੇ ਇਸ ਸਰਸਾ ਨਦੀ ਦੇ ਕੰਢੇ ਤੀਕ ਪਹੁੰਚ ਜਾਓ। ਇਹ ਮਰਜ਼ੀ ਜੇ ਦੋਹੀ। ਵੀ ਜੇ ਭਾਈ ਜੀਵਨ ਸਿੰਘਾ ਤੇਰੀ ਇਹੀ ਮਰਜ਼ੀ ਹੈ ਨਾ, ਕਿਉਂਕਿ ਭਾਈ ਜੀਵਨ ਸਿੰਘ ਨੇ ਬੇਨਤੀ ਕਰਤੀ ਸੀ ਕਿ ਮਹਾਰਾਜ ਵੀ ਇੰਨੀ ਕਿਤੇ ਤਾਕਤ ਤੁਸੀਂ ਮੈਨੂੰ ਦਿੱਤੀ ਆ, ਸਾਹਿਬਜ਼ਾਦੇ ਨੂੰ ਉਸ ਜੰਗ ਦੇ ਵਿੱਚੋਂ ਲੈ ਕਰਕੇ ਇੱਥੋਂ ਨਦੀ ਦੇ ਕੰਢੇ ਤੀਕ ਮੈਂ ਆ ਜਾਵਾਂਗਾ। ਤੇ ਹੁਣ ਕਲਗੀਧਰ ਪਾਤਸ਼ਾਹ ਨੇ ਵੀ ਉਹੀ ਬਚਨ ਕਰ ਦਿੱਤਾ, ਕਹਿਣ ਲੱਗੇ ਵੀ ਜੀਵਨ ਸਿੰਘਾ ਜੇ ਤੇਰੀ ਮਰਜ਼ੀ ਇਹ ਆ ਨਾ ਤੇ ਤੂੰ ਫਿਰ ਇਸ ਕੰਢੇ ਤੀਕ ਪਹੁੰਚ ਜਾਵੀਂ। ਆਏ ਇਹਾਂ ਲੱਗ ਹੀ ਤੂੰ ਪਹੁੰਚੈ। ਜੀਵਨ ਸਿੰਘਾ ਤੂੰ ਇੱਥੋਂ ਤੀਕ ਹੀ ਪਹੁੰਚ ਸਕੇਂਗਾ। ਹੁਣ ਤੇਰੀ ਵੀ ਮਰਜ਼ੀ ਇਹ ਆ ਵੀ ਮੈਂ ਇੱਥੋਂ ਕੁ ਤੀਕ ਤੇ ਆਈ ਜਾਵਾਂਗਾ, ਤੇ ਜੀਵਨ ਸਿੰਘਾ ਹੁਣ ਤੂੰ ਕੰਢੇ ਤੀਕ ਹੀ ਪਹੁੰਚ ਸਕੇਂਗਾ ਸਾਹਿਬਜ਼ਾਦੇ ਨੂੰ ਲਿਆ ਕਰਕੇ। ਆਗੇ ਗਮਨ ਨ ਹੋਈ। ਇੱਥੋਂ ਅੱਗੇ ਨਹੀਂ ਤੂੰ ਜਾਵੇਂਗਾ, ਇੱਥੋਂ ਤੀਕ ਆ ਸਕੇਂਗਾ। ਭਾਵ ਵੀ ਇੱਥੇ ਆਉਂਦਿਆਂ ਤੀਕ ਤੇਰੀ ਸ਼ਹੀਦੀ ਹੋ ਜਾਣੀ ਹੈ।
ਹੁਣ ਇੱਥੋਂ ਅੱਗੇ ਨਹੀਂ ਤੂੰ ਜਾ ਸਕੇਗਾ। ਤੇਰੀ ਮਰਜ਼ੀ ਹੈ, ਤੇਰੀ ਭਾਵਨਾ ਵੀ ਮਹਾਰਾਜ ਇੰਨੀ ਕਿ ਤਾਕਤ ਤੁਸੀਂ ਮੈਨੂੰ ਦਿੱਤੀ ਹੋਈ ਹੈ ਤੇ ਸਤਿਗੁਰੂ ਕਹਿੰਦੇ ਇੱਥੋਂ ਤੀਕ ਤੂੰ ਪਹੁੰਚ ਸਕੇਗਾ। ਕਹਿਤ ਜਹਾਂ ਲਗ ਪਹੁੰਚਨ ਤੈ ਅਬ, ਜਿੱਥੋਂ ਤੀਕ ਭਾਈ ਜੀਵਨ ਸਿੰਘਾ ਤੂੰ ਆਖਿਆ ਹੈ ਪਹੁੰਚਣ ਵਾਸਤੇ, ਤੈ ਲੋ ਆਏ ਨ ਸੰਸੈ, ਇੱਥੋਂ ਤੀਕ ਤੇਰੇ ਆਉਣ ਵਿੱਚ ਕੋਈ ਸੰਸਾ ਨਹੀਂ ਹੈ, ਕੋਈ ਸ਼ੱਕ ਸੁਭਾ ਨਹੀਂ ਹੈ, ਇੱਥੋਂ ਤੀਕ ਤੂੰ ਪਹੁੰਚ ਜਾਵੇਂਗਾ। ਬਿਲਮ ਨ ਕਰੋ ਪਿਆਨੋ ਸਨਮੁਖ, ਹੁਣ ਦੇਰੀ ਨਾ ਕਰੋ ਤੇ ਦੁਸ਼ਮਣ ਦੀ ਫੌਜ ਦੇ ਸਾਹਮਣੇ ਚੱਲੋ, ਸਮੁਦਾਈ ਰਿਪ ਤਵੰਸੈ, ਤੇ ਜਿਹੜੇ ਸਮੂਹ ਦੁਸ਼ਮਣ ਹਨ ਉਹਨਾਂ ਦਾ ਖਾਤਮਾ ਕਰੋ। ਸੁਨ ਪ੍ਰਭ ਬਾਪ ਗਇਓ ਹਟ ਕਰਕੇ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਤੇ ਭਾਈ ਜੀਵਨ ਸਿੰਘ ਹੱਠ ਧਾਰਨ ਕਰਕੇ ਗਿਆ। ਇਹ ਭਾਈ ਜੀਵਨ ਸਿੰਘ ਉਹ ਹੈ ਗੁਰੂ ਕਾ ਪਿਆਰਾ ਜਿਸ ਦਾ ਪਹਿਲਾ ਨਾਮ ਭਾਈ ਜੈਤਾ ਹੈ। ਹੁਣ ਸਤਿਗੁਰੂ ਸਾਹਿਬ ਜੀ ਦਾ ਪਰਸੋਂ ਨੂੰ ਸ਼ਹੀਦੀ ਦਿਹਾੜਾ ਹੈ ਤੇ ਉਸ ਮੌਕੇ ਦੇ ਉੱਤੇ ਮਹਾਰਾਜ ਦੇ ਸੀਸ ਲਿਆਉਣ ਦੀ ਇਸੇ ਸਿੱਖ ਨੇ ਸੇਵਾ ਕੀਤੀ। ਭਾਈ ਜੈਤੇ ਨੇ ਬਸਤਰਾਂ ਵਿੱਚ ਲਪੇਟ ਕੇ ਆਪਣੀ ਛਾਤੀ ਨਾਲ ਲਾ ਕੇ ਨਾਵੇਂ ਪਾਤਸ਼ਾਹ ਦਾ ਸੀਸ ਤੇ ਚਾਂਦਨੀ ਚੌਂਕ ਤੋਂ ਲੈ ਕਰਕੇ ਕੀਰਤਪੁਰ ਸਾਹਿਬ ਤੀਕ ਪਹੁੰਚਿਆ। ਜਦੋਂ ਕੀਰਤਪੁਰ ਸਾਹਿਬ ਤੀਕ ਪਹੁੰਚਿਆ ਸੀ, ਅਗਲੇ ਪਾਸਿਓਂ ਮਹਾਰਾਜ ਆਏ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ। ਉੱਥੇ ਫਿਰ ਪਾਲਕੀ ਵਿੱਚ ਸੀਸ ਨੂੰ ਸੁਭਾਈਮਾਨ ਕਰਕੇ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਲੈ ਕੇ ਗਏ, ਕਿਉਂਕਿ ਅੱਗੇ ਘੋੜ ਸਵਾਰ ਭੇਜੇ ਸੀ ਸਿੱਖ ਮਹਾਰਾਜ। ਸਤਿਗੁਰੂ ਜਾਣਦੇ ਸੀ ਵੀ ਭਾਈ ਜੈਤਾ ਸੀਸ ਲੈ ਕੇ ਆ ਰਿਹਾ। ਤੇ ਫਿਰ ਨਾਮ ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ ਆਨੰਦਪੁਰ ਸਾਹਿਬ ਵਿੱਚ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ ਸੀ ਨਾ, ਤੇ ਸੀਸ ਦਾ ਸੰਸਕਾਰ ਕੀਤਾ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਸੋਭਾ ਪਾ ਰਿਹਾ, ਜਿੱਥੇ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਅਰਦਾਸ ਕੀਤੀ ਹੈ, ਜਿੱਥੇ ਭਾਈ ਗੁਰਬਖਸ਼ ਜੀ ਉਦਾਸੀ ਸਾਧੂ ਦੀ ਸੇਵਾ ਲਾਈ। ਉੱਥੇ ਜਦੋਂ ਪਿਤਾ ਜੀ ਦੇ ਸੀਸ ਦਾ ਸੰਸਕਾਰ ਕਰ ਰਹੇ ਸੀ ਕਲਗੀਧਰ ਪਾਤਸ਼ਾਹ, ਤੇ ਲਾਟਾਂ ਚੰਦਨ ਦੀ ਲੱਕੜ ਦੇ ਵਿੱਚ ਤੇ ਅੱਗ ਦੀਆਂ ਲਾਟਾਂ ਆਕਾਸ਼ ਵੱਲ ਨੂੰ ਜਾ ਰਹੀਆਂ ਸੀ, ਤੇ ਉਦੋਂ ਭਾਈ ਜੈਤੇ ਨੂੰ ਆਪਣੀ ਛਾਤੀ ਨਾਲ ਲਾ ਕੇ ਆਖਿਆ ਸੀ, ਰੰਗਰੇਟੇ ਗੁਰੂ ਕੇ ਬੇਟੇ, ਰੰਗਰੇਟਾ ਗੁਰੂ ਕਾ ਬੇਟਾ। ਐਸਾ ਬਚਨ ਮਹਾਰਾਜ ਸਾਹਿਬ ਜੀ ਨੇ ਕੀਤਾ ਛਾਤੀ ਨਾਲ ਲਾ ਕੇ, ਇਹ ਗੁਰੂ ਕਾ ਬੇਟਾ ਹੈ, ਗੁਰੂ ਕਾ ਪੁੱਤਰ ਹੈ। ਤੇ ਨਾਲ ਹੀ ਉਦੋਂ ਹੋਰ ਬਚਨ ਕੀਤਾ ਜਿਹੜਾ ਭਾਈ ਚੌਪਾ ਸਿੰਘ ਛਿੱਬਰ ਨੇ ਲਿਖਿਆ, 52 ਕਵੀਆਂ ਚੋਂ ਇੱਕ ਕਵੀ ਹੋਇਆ ਜੀ ਭਾਈ ਚੌਪਾ ਸਿੰਘ ਛਿੱਬਰ। ਜਦੋਂ ਪਿਤਾ ਜੀ ਦੇ ਸੀਸ ਦਾ ਸੰਸਕਾਰ ਹੋ ਰਿਹਾ ਸੀ ਤੇ ਕਲਗੀਧਰ ਪਾਤਸ਼ਾਹ ਨੇ ਆਖਿਆ, ਭਾਈ ਜੈਤਿਆ ਜਦੋਂ ਤੂੰ ਪਿਤਾ ਜੀ ਦਾ ਸੀਸ ਲੈ ਕੇ ਆਇਆ ਉਦੋਂ ਹੋਰ ਉੱਥੇ ਕਿੰਨੇ ਕੁ ਸਿੱਖਾਂ ਨੇ ਤੇਰੇ ਨਾਲ ਮਦਦ ਕੀਤੀ ਹੈ ਇਸ ਸੇਵਾ ਵਿੱਚ। ਤੇ ਭਾਈ ਜੈਤੇ ਨੇ ਆਖਿਆ, ਮਹਾਰਾਜ ਇੱਕ ਤਾਂ ਔਰੰਗਜ਼ੇਬ ਤੋਂ ਡਰਦੇ ਹਾਂ, ਕੋਈ ਇਹ ਗੱਲ ਕਹਿੰਦਾ ਨਹੀਂ ਸੀ ਵੀ ਮੈਂ ਗੁਰੂ ਕਾ ਸਿੱਖ ਹਾਂ। ਜਿਨ੍ਹਾਂ ਨੇ ਸਿੱਖੀ ਨਿਭਾਈ ਉਹਨਾਂ ਨੇ ਤਾਂ ਨਿਭਾਈ ਆ। ਜਿਹੜੇ ਸਿੱਖ ਆਰੇ ਨਾਲ ਚੀਰਿਆ ਗਿਆ, ਦੇਗ ਵਿੱਚ ਚੁੱਬਲ ਗਿਆ ਤੇ ਰੂੰ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ, ਹੋਰ ਵੀ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਪਰ ਭਾਈ ਸਾਹਿਬ ਜੀ ਨੇ ਆਖਿਆ, ਮਹਾਰਾਜ ਇੱਕ ਤਾਂ ਔਰੰਗਜ਼ੇਬ ਤੋਂ ਡਰ ਸੀ ਸਾਰਿਆਂ, ਤੇ ਦੂਜਾ ਮਹਾਰਾਜ ਕੋਈ ਨਿਸ਼ਾਨੀ ਵੱਖਰੀ ਨਹੀਂ ਸੀ ਲੱਗੀ ਕਿ ਪਤਾ ਲੱਗ ਜਾਵੇ ਵੀ ਆ ਸਿੱਖ ਵਾ, ਇਹ ਹਿੰਦੂ ਆ, ਇਹ ਮੁਸਲਮਾਨ ਵਾ। ਸਾਰੇ ਇੱਕੋ ਜਿਹੀ ਜਨਤਾ ਲੱਗਦੀ ਸੀ, ਕੋਈ ਨਹੀਂ ਪਤਾ ਲੱਗਦਾ। ਭਾਈ ਚੌਪਾ ਸਿੰਘ ਛਿੱਬਰ ਲਿਖਦੇ, ਚੰਦਨ ਨਾਲ ਸੀਸ ਸਿਸਕਾਰ ਕੀਤਾ, ਬਚਨ ਹੋਆ ਸਿੱਖਾ ਕਿਤਨੇ ਸਿੱਖ ਕੰਮ ਨਾਲ ਆਹੇ। ਤਾਂ ਬਚਨ ਹੋਆ ਮੁਕਤ ਹੋਏ, ਨਿਹਾਲ ਹੋਏ, ਪਿਛਲਿਆਂ ਨੂੰ ਤਾਰ ਗਏ। ਤਾਂ ਬਚਨ ਹੋਆ ਸਿੱਖਾ, ਸਿੱਖ ਤਾਂ ਸਾਡੇ ਬਹੁਤ ਆਹੇ। ਜੀ ਸੱਚੇ ਪਾਤਸ਼ਾਹ ਸਭ ਫਿਰ ਗਏ, ਸਭ ਬੇਮੁਖ ਹੋਏ, ਨਿਸ਼ਾਨੀ ਤਾਂ ਨਾ ਹੀ ਸਿੱਖੀ ਦੀ ਕਿਸੇ ਨੂੰ ਲੱਗੀ, ਜੋ ਕੋਈ ਸਿੱਖ ਸਹੀ ਕਰੇ। ਤਾਂ ਵੀਰ ਰਸ ਵਿੱਚ ਆ ਕੇ ਧਰਮੀ ਪਿਤਾ ਜੀ ਨੇ ਆਖਿਆ, ਐਸੀ ਨਿਸ਼ਾਨੀ ਸਿੱਖਾਂ ਨੂੰ ਲਾਵਾਂਗੇ ਜੋ ਲੱਖਾਂ ਵਿੱਚ ਖਲੋਤਾ ਸਿੱਖ ਲੁਕੇ ਨਾ ਹੀ। ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਭਾਈ ਜੈਤਿਆ ਤੂੰ ਕਹਿੰਦਾ ਕੋਈ ਨਿਸ਼ਾਨੀ ਨਹੀਂ ਸੀ ਲੱਗੀ, ਪਤਾ ਨਹੀਂ ਸੀ ਲੱਗਦਾ ਸਿੱਖ ਦਾ ਬਾਕੀਆਂ ਦੇ ਨਾਲੋਂ। ਤੇ ਸਤਿਗੁਰੂ ਕਹਿਣ ਲੱਗੇ, ਹੁਣ ਇਹੋ ਜਿਹੀ ਨਿਸ਼ਾਨੀ ਲਾਵਾਂਗਾ, ਇੱਕ ਵੀ ਸਿੱਖ ਸਾਡਾ ਖਲੋਤਾ ਹੋਵੇਗਾ ਲੱਖਾਂ ਚੋਂ ਪਛਾਣਿਆ ਜਾਵੇਗਾ। ਇਹ ਫਿਰ 1699 ਈਸਵੀ ਤੇ 1756 ਬਿਕਰਮੀ ਦੀ ਵਿਸਾਖੀ ਨੂੰ ਜਦੋਂ ਖਾਲਸੇ ਦੀ ਸਾਜਨਾ ਕੀਤੀ ਆ, ਉਦੋਂ ਇਹ 5 ਕਕਾਰੀ ਬਾਣਾ ਦੇ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਨਿਸ਼ਾਨੀ ਲਾਈ। ਇਹ ਬਖਸ਼ਿਸ਼ ਕੀਤੀ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਹ ਭਾਈ ਜੈਤਾ ਜੀ
ਭਾਈ ਜੀਵਨ ਸਿੰਘ ਦੇ ਰੂਪ ਦੇ ਵਿੱਚ ਗੁਰੂ ਕੀ ਆਗਿਆ ਲੈ ਕਰਕੇ ਤੇ ਪਹੁੰਚ ਗਏ ਹਨ ਜਿਸ ਥਾਂ ਦੇ ਉੱਤੇ ਸਮੂਹ ਦੁਸ਼ਮਣ ਹੈ। ਸ਼ੀਘਰ ਪਹੁੰਚਿਓ ਜਾਏ। ਬਹੁਤ ਹੱਠ ਕਰਕੇ ਭਾਈ ਜੈਤਾ ਜੀ ਆਪਣੇ ਸਾਥੀਆਂ ਦੇ ਸਮੇਤ ਛੇਤੀ ਹੀ ਪਹੁੰਚ ਗਏ ਉੱਚੇ ਬੋਲਤ ਸਿੰਘ ਪਛਾਨਤ। ਤੇ ਉੱਚੀ ਉੱਚੀ ਬੋਲ ਰਹੇ ਆ ਤੇ ਸਿੰਘ ਪਛਾਣ ਰਹੇ ਹਨ ਪਹਿਲੇ ਉਹ ਤਮ ਸਮਝਾਈ। ਕਿਉਂਕਿ ਹਨੇਰੀ ਰਾਤ ਹੈ ਨਾ, ਬਹੁਤਾ ਜ਼ਿਆਦਾ ਹਨੇਰਾ ਫੈਲਿਆ ਹੋਇਆ ਹੈ ਸਨੇ ਸਨੇ ਮਾਰਤ ਰਿਪ ਗਨ ਕੋ। ਤੇ ਹੌਲੀ ਹੌਲੀ ਫੇਰ ਕਹਿੰਦੇ ਸਮੂਹ ਦੁਸ਼ਮਣਾਂ ਨੂੰ ਮਾਰਦੇ ਹਨ। ਆਵਤ ਗੁਰ ਸੁਧ ਚਾਲਾ। ਤੇ ਗੁਰੂ ਕਾ ਸਾਹਿਬਜ਼ਾਦਾ ਵੀ ਦੁਸ਼ਮਣ ਦਲ ਨੂੰ ਮਾਰਦਿਆਂ ਹੋਇਆਂ ਇਧਰ ਨੂੰ ਚੱਲਿਆ ਆ ਰਿਹਾ ਹੈ ਪਿਤਾ ਜੀ ਵੱਲ ਨੂੰ। ਮਿਲਿਓ ਜਾਏ ਸਭ ਬਾਤ ਬਖਾਨੀ। ਤੇ ਭਾਈ ਜੀਵਨ ਸਿੰਘ ਜੀ ਅਗਲੇ ਪਾਸੇ ਜਾ ਕੇ ਪਹੁੰਚ ਗਏ। ਇਹ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਜਿਨ੍ਹਾਂ ਦਾ ਹੁਣ ਨਾਮ ਹੈ ਅੰਮ੍ਰਿਤ ਛਕਣ ਤੋਂ ਬਾਅਦ, ਤੇ ਜਾ ਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਮਿਲ ਪਏ ਤੇ ਸਾਰੀ ਗੱਲਬਾਤ ਦੱਸ ਦਿੱਤੀ ਹੈ ਚੱਲੀਏ ਮਗ ਇਸ ਕਾਲਾ। ਵੀ ਇਸ ਰਸਤੇ ਤੇ ਚੱਲੋ, ਮੈਂ ਤੁਹਾਨੂੰ ਹੀ ਲੈਣ ਵਾਸਤੇ ਆਇਆ। ਪਹਿਲੋਂ ਭਾਈ ਉਦੇ ਸਿੰਘ ਨੂੰ ਭੇਜਿਆ ਸੀ। ਭਾਈ ਉਦੇ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਦੇ ਥਾਂ ਤੇ ਖਲੋ ਕੇ ਜੰਗ ਕਰਨ ਲੱਗ ਪਏ। ਉਹਨਾਂ ਨੇ ਆਖਿਆ ਪਿਤਾ ਜੀ ਦੀ ਆਗਿਆ ਹੈ ਅਜੀਤ ਸਿੰਘ ਜੀ ਤੁਸੀਂ ਚਲੇ ਜਾਓ, ਤੁਹਾਡੀ ਉਡੀਕ ਹੋ ਰਹੀ ਹੈ। ਹੁਣ ਜੀਵਨ ਸਿੰਘ ਨੂੰ ਆਖਿਆ ਵੀ ਤੁਸੀਂ ਲੈ ਕੇ ਆਓ ਨਾਲ। ਤੇ ਭਾਈ ਜੀਵਨ ਸਿੰਘ ਜੀ ਪਹੁੰਚ ਗਏ ਤੇ ਸਾਰੀ ਗੱਲਬਾਤ ਦੱਸੀ। ਆਖਿਆ ਵੀ ਇਸ ਰਸਤੇ ਦੇ ਉੱਤੇ ਇਸ ਸਮੇਂ ਹੁਣ ਸਾਹਿਬਜ਼ਾਦਾ ਜੀ ਤੁਸੀਂ ਚੱਲੋ, ਮੈਂ ਤੁਹਾਨੂੰ ਲੈਣ ਵਾਸਤੇ ਆਇਆ ਹਾਂ। ਕਰੈ ਪ੍ਰਤੀਖਨ ਮੋਹਿ ਪਠਾਇਓ। ਤੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਡੀ ਉਡੀਕ ਕਰ ਰਹੇ ਆ, ਮੈਨੂੰ ਸਤਿਗੁਰਾਂ ਨੇ ਭੇਜਿਆ ਹੈ। ਉਦੇ ਸਿੰਘ ਰਿਪ ਰੋਕੇ। ਅਗਲੇ ਪਾਸੇ ਭਾਈ ਉਦੇ ਸਿੰਘ ਨੇ ਦੁਸ਼ਮਣਾਂ ਨੂੰ ਰੋਕਿਆ ਹੋਇਆ ਹੈ। ਸੁਨ ਅਜੀਤ ਸਿੰਘ ਸੁਭਟ। ਸੁਣ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜੀ ਪ੍ਰਭੂ ਸੁਤ ਮਿਟੇ ਤੁਰਕ ਅਵਲੋਕੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਉਸ ਵੇਲੇ ਵੇਖਿਆ ਹੈ ਵੀ ਹੁਣ ਤੁਰਕ ਜਿਹੜੇ ਹਨ ਕੁਝ ਪਿਛਾਂ ਹਟੇ ਹਨ। ਤਉ ਗਮਨ ਕਰ ਸਨੇ ਸਨੇ ਚੱਲ। ਫਿਰ ਕਹਿੰਦੇ ਵੀ ਇੱਧਰ ਨੂੰ ਚੱਲਿਆ ਗੁਰੂ ਕਾ ਸਾਹਿਬਜ਼ਾਦਾ ਸਤਿਗੁਰਾਂ ਦੀ ਤਰਫ ਨੂੰ ਅੱਗੇ ਨੂੰ, ਪਰ ਫਿਰ ਵੀ ਸਨੇ ਸਨੇ ਹੌਲੀ ਹੌਲੀ ਚੱਲਿਆ ਹੈ। ਲੜਤ ਉਦੇ ਸਿੰਘ ਜਾਨਾ। ਜਾਣਿਆ ਵੀ ਪਿੱਛੇ ਭਾਈ ਉਦੇ ਸਿੰਘ ਜੀ ਲੜ ਰਹੇ ਹਨ। ਆਗੇ ਸਤਿਗੁਰ ਕੇ ਬਹੀਰ ਸਭ। ਕਲਗੀਧਰ ਪਾਤਸ਼ਾਹ ਜੀ ਦੇ ਅਗਲੇ ਪਾਸੇ ਬਾਕੀ ਸਾਰਾ ਵਹੀਰ ਹੈ, ਦਲ ਵਹੀਰ, ਸਾਰੀ ਫੌਜ ਹੈ। ਤੇ ਤਰਸਤ ਪਿਆਨਾ। ਉਹਦੇ ਵਿੱਚ ਮਾਈਆਂ ਵੀ ਹਨ, ਜਿਵੇਂ ਗੁਰੂ ਕੇ ਮਹਿਲ, ਮਾਤਾ ਜੀ, ਬਾਕੀ ਹੋਰ ਸਿੰਘ ਸਿੰਘਣੀਆਂ। ਉਹ ਸਾਰਾ ਹੀ ਜਿਹੜਾ ਵਹੀਰ ਹੈ ਉਹ ਜੰਗ ਤੋਂ ਕਹਿੰਦੇ ਡਰਦਾ ਹੋਇਆ ਅੱਗੇ ਅੱਗੇ ਜਾ ਰਿਹਾ ਹੈ। ਸਨੇ ਸਨੇ ਤਿਨ ਰਚਕ ਹਵੈ ਪਰ। ਤੇ ਉਹਨਾਂ ਦੇ ਹੌਲੀ ਹੌਲੀ ਪਿਛਲੇ ਪਾਸੇ ਕਲਗੀਧਰ ਪਾਤਸ਼ਾਹ ਆਪ ਰੱਖਕ ਬਣ ਕੇ ਆ ਰਹੇ ਆ, ਆਪ ਰਾਖੀ ਕਰ ਰਹੇ ਹਨ ਸਾਰੇ ਦਲ ਵਹੀਰ ਦੀ। ਮਾਰਗ ਸ੍ਰੀ ਪ੍ਰਭ ਚਾਲੇ। ਸ੍ਰੀ ਪ੍ਰਭੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਰਸਤੇ ਤੇ ਚੱਲਦੇ ਹੋਏ ਆ ਰਹੇ ਹਨ। ਰੋਪਰ ਲਗ ਨਿਰਵਾਹ ਕਰੇ ਸਭ। ਇਸ ਤਰ੍ਹਾਂ ਸਾਰੇ ਦਲ ਵਹੀਰ ਦਾ ਰੋਪੜ ਤੀਕ ਮਹਾਰਾਜ ਸਾਹਿਬ ਜੀ ਨੇ ਨਿਰਵਾਹ ਕੀਤਾ ਹੈ। ਪਿਛੇ ਜੰਗ ਵਿਸਾਲੇ। ਤੇ ਪਿਛਲੇ ਪਾਸੇ ਜਿਹੜਾ ਹੈ ਉਹ ਵੱਡਾ ਜੰਗ ਹੋ ਰਿਹਾ ਹੈ, ਉਹ ਭਾਈ ਉਦੇ ਸਿੰਘ ਜੀ ਦਾ ਜੰਗ, ਉਹਦਾ ਜ਼ਿਕਰ ਕਰ ਰਹੇ ਵੀ ਮਹਾਰਾਜ ਸਾਰੇ ਦਲ ਵਹੀਰ ਦੇ ਨਾਲ ਅੱਗੋਂ ਤੀਕ ਆਏ ਤੇ ਪਿੱਛੇ ਜਿਹੜਾ ਹੈ ਉਹ ਭਾਈ ਉਦੇ ਸਿੰਘ ਦਾ ਜਥਾ ਜੰਗ ਕਰ ਰਿਹਾ ਹੈ। ਤਾਂ ਜਦੋਂ ਸਰਸਾ ਪਾਰ ਕੀਤੀ ਅੱਗੇ ਜਾ ਕੇ ਅਗਲੇ ਅਧਿਆਏ ਵਿੱਚ ਜ਼ਿਕਰ ਆਵੇਗਾ। ਤੋ ਇੱਥੋਂ ਕਿਉਂਕਿ ਕਵੀ ਜੀ ਅਗਲੇ ਤੀਕ ਕੁਝ ਗੱਲਾਂ ਜਿਹੜੀਆਂ ਉਹ ਅਗਲੇ ਪਾਸੇ ਦੀਆਂ ਪਹਿਲਾਂ ਕਰ ਦਿੰਦੇ ਵੀ ਰੋਪੜ ਤੀਕ ਮਹਾਰਾਜ ਸਾਹਿਬ ਜੀ ਸਾਰਿਆਂ ਦਾ ਇਹ ਨਿਰਵਾਹ ਕੀਤਾ, ਨਿਗਰਾਨੀ ਕੀਤੀ। ਪਰ ਜਿਸ ਵੇਲੇ ਸਰਸਾ ਦੇ ਘਾਟ ਤੇ ਪਹੁੰਚੇ ਆ, ਹਵਾ ਵੀ ਚੱਲ ਰਹੀ ਆ, ਇੱਥੇ ਜ਼ਿਕਰ ਨਹੀਂ ਆਇਆ ਕਿਉਂਕਿ ਸਾਰਾ ਜਿਹੜਾ ਇਤਿਹਾਸ ਉਹ ਇੱਕੇ ਗ੍ਰੰਥ ਵਿੱਚ ਨਹੀਂ ਆਉਂਦਾ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਇਤਿਹਾਸ ਲਿਖਿਆ ਹੈ ਮਹਾਰਾਜ ਸਾਹਿਬ ਜੀ ਦਾ, ਉਹਦੇ 'ਚ ਜ਼ਿਕਰ ਆਉਂਦਾ ਹੈ ਕਿ ਉਸ ਵੇਲੇ ਹਵਾ ਵੀ ਠੰਡੀ, ਕਿਉਂਕਿ ਠੰਡ ਦਾ ਮਹੀਨਾ ਹੈ, ਪੋਹ ਦਾ ਮਹੀਨਾ, ਹਵਾ ਤੇ ਠੰਡੀ ਵਗਣੀ ਵਗਣੀ। ਹਵਾ ਠੰਡੀ ਵਗ ਰਹੀ ਹੈ ਤੇ ਬਿਜਲੀ ਵੀ ਲਿਸ਼ਕ ਰਹੀ ਹੈ ਤੇ ਬੂੰਦਾਬਾਂਦੀ ਵੀ ਹੋ ਰਹੀ ਹੈ, ਮੀਂਹ ਵੀ ਪੈ ਰਿਹਾ ਨਾਲ, ਉੱਤੋਂ ਮੀਂਹ ਪੈ ਰਿਹਾ ਹੈ, ਠੰਡੀ ਹਵਾ ਵਗ ਰਹੀ ਹੈ। ਅਗਲੇ ਪਾਸੇ ਸਰਸਾ ਚੜੀ ਹੋਈ ਹੈ, ਪਿੱਛੋਂ 10 ਲੱਖ ਤੋਂ ਵੱਧ ਫੌਜ ਚੜੀ ਹੋਈ ਹੈ। ਇਸ ਤਰ੍ਹਾਂ ਦਾ ਹਾਲ ਹੈ, ਐਸਾ ਸੰਕਟ ਦਾ ਸਮਾਂ।
ਫਿਰ ਜਦੋਂ ਪਿੱਛੇ ਭਾਈ ਉਦੇ ਸਿੰਘ ਜੀ ਨੇ ਰੋਕਿਆ ਹੈ ਨਾ ਫੌਜ ਨੂੰ, ਤੇ ਨਾਲ ਭਾਈ ਜੀਵਨ ਸਿੰਘ ਜੀ ਸਾਹਿਬਜ਼ਾਦਾ ਜੀ ਨੂੰ ਲੈਣ ਵਾਸਤੇ ਗਏ। ਇੱਥੇ ਫਿਰ ਸਰਸਾ ਦੇ ਕੰਢੇ ਦੇ ਉੱਤੇ, ਕਿਉਂਕਿ ਸਰਸਾ ਦੇ ਕੰਢੇ ਦਾ ਜ਼ਿਕਰ ਤੇ ਆ ਚੁੱਕਾ ਨਾ ਇੱਥੇ, ਵੀ ਸਰਸਾ ਨਾਮ ਹੁਤੋ ਇੱਕ ਨਾਲਾ ਤਿਸਕੇ ਤਟ ਗੁਰ ਠਾਢੇ, ਉੱਥੇ ਜਦੋਂ ਖਲੋਤੇ ਤੇ ਫਿਰ ਇਸ ਥਾਂ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਜੋ ਗ੍ਰੰਥਾਂ ਦੇ ਵਿੱਚ ਕੁਝ ਗੁਰਮੁਖਾਂ ਨੇ ਜ਼ਿਕਰ ਕੀਤਾ ਵੀ ਹੈ, ਇੱਥੇ ਨਹੀਂ ਜ਼ਿਕਰ ਆਇਆ, ਸਤਿਗੁਰੂ ਸਾਹਿਬ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਹੈ। ਕਿਉਂਕਿ ਜਿੰਨਾ ਵੀ ਆਪਣਾ ਇਤਿਹਾਸ ਇਹ ਕਹੀਏ ਵੀ ਸਾਰਾ ਹੀ ਕੁਝ ਲਿਖਿਆ ਹੋਇਆ ਹੈ, ਕੁਝ ਜਿਹੜਾ ਹੈ ਉਹ ਜ਼ਬਾਨੀ ਵੀ ਚੱਲਿਆ ਆਉਂਦਾ ਇਤਿਹਾਸ ਹੈ। ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਖਿਆ ਵੀ ਸਿੰਘੋ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਦਾ ਨਿਤਨੇਮ ਕਰੀਏ ਭਾਈ। ਤਾਂ ਸਿੰਘਾਂ ਨੇ ਆਖਿਆ ਵੀ ਮਹਾਰਾਜ ਵੀ ਇਸ ਮੌਕੇ ਤੇ ਨਿਤਨੇਮ, ਉੱਤੋਂ ਮੀਂਹ ਪੈ ਰਿਹਾ, ਅੱਗੇ ਸਰਸਾ ਚੜੀ ਹੋਈ ਆ, ਪਿੱਛੇ 10 ਲੱਖ ਤੋਂ ਵੱਧ ਫੌਜ ਚੜੀ ਹੋਈ ਆ, ਹੁਣ ਨਿਤਨੇਮ ਕਰੀਏ? ਕਹਿੰਦੇ ਹਾਂ, ਗੁਰਬਾਣੀ ਪੜ੍ਹੀਏ ਤੇ ਆਸਾ ਕੀ ਵਾਰ ਦਾ ਕੀਰਤਨ ਵੀ ਕਰਨਾ, 5 ਬਾਣੀਆਂ ਵੀ ਪੜ੍ਹੀਆਂ ਤੇ ਆਸਾ ਕੀ ਵਾਰ ਦਾ ਕੀਰਤਨ ਵੀ ਕੀਤਾ। ਤੇ ਇਹ ਦੱਸਿਆ ਸਾਡੇ ਵਾਸਤੇ ਪੂਰਨੇ ਪਾਏ ਵੀ ਇਹੋ ਜਿਹਾ ਸਮਾਂ ਵੀ ਆ ਜਾਵੇ ਜ਼ਿੰਦਗੀ ਦੇ ਵਿੱਚ ਤੇ ਸਿੱਖੋ ਨਿਤਨੇਮ ਨਾ ਛੱਡਿਓ। ਤੇ ਸਾਡੀ ਜ਼ਿੰਦਗੀ ਤਾਂ ਇਹੋ ਜਿਹਾ ਸਮਾਂ ਆਇਆ ਹੀ ਨਹੀਂ, ਪਰ ਅਸੀਂ ਨਿਤਨੇਮ ਪਹਿਲਾਂ ਹੀ ਛੱਡ ਦਿੱਤਾ। ਭਾਗਾਂ ਵਾਲੇ ਆ ਗੁਰਮੁਖ ਜਿਹੜੇ ਨਿਤਨੇਮ ਕਰਦੇ ਰੋਜ਼, ਭਾਗਾਂ ਵਾਲੇ। ਅੰਮ੍ਰਿਤ ਧਾਰੀ ਅੰਮ੍ਰਿਤ ਵੇਲੇ 5 ਬਾਣੀਆਂ ਪੜ੍ਹੇ, ਸੰਧਿਆ ਵੇਲੇ ਰਹਿਰਾ ਸਾਹਿਬ ਦਾ ਪਾਠ ਕਰੇ, ਰਾਤੀ ਰੱਖਿਆ ਦੇ ਸ਼ਬਦ ਕੀਰਤਨ ਸੋਹਿਲੇ ਦਾ ਪਾਠ ਕਰਕੇ ਸੌਵੇਂ। ਗੁਰ ਮੰਤਰ ਮੂਲ ਮੰਤਰ ਦਾ ਤੇ ਮਹਾਰਾਜ ਨੇ ਆਖਿਆ ਨਾ ਵੀ ਇਹ ਸਵਾਸ ਹੀ ਸਿਮਰਨ ਕਰਨਾ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਬਾਕੀ ਹੋਰ ਗਿੰਨੀ ਗੁਰਬਾਣੀ ਹੈ, ਖਜ਼ਾਨਾ ਕਿੱਡਾ ਵੱਡਾ ਦਿੱਤਾ ਹੈ, 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ, ਦਸਮ ਮਹਾਰਾਜ ਦੀ ਬਾਣੀ ਹੈ, ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਹੈ, ਬੇਅੰਤੀ ਖਜ਼ਾਨਾ ਬਖਸ਼ਿਆ ਸਤਿਗੁਰੂ ਜੀ ਨੇ। ਹੋਰ ਵੱਧ ਤੋਂ ਵੱਧ ਆਸਾ ਕੀ ਵਾਰ 5 ਗ੍ਰੰਥੀ ਸੁਖਮਨੀ ਸਾਹਿਬ ਦਾ ਕਿੰਨਾ ਵੀ ਕੋਈ ਪਾਠ ਕਰ ਲਵੇ, ਭਾਗਾਂ ਵਾਲਾ ਗੁਰਸਿੱਖ ਮਾਈ ਭਾਈ, ਪਰ ਘੱਟੋ ਘੱਟ ਨਿਤਨੇਮ ਤਾਂ ਕਰੇ। ਸਤਿਗੁਰਾਂ ਨੇ ਉਸ ਵੇਲੇ ਆਸਾ ਕੀ ਵਾਰ ਦਾ ਕੀਰਤਨ ਇਸ ਕਰਕੇ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਨਾ ਵੀ ਥੋੜੇ ਬਹੁਤੇ ਸਿੰਘ ਢਿੱਲੇ ਮੱਠੇ ਹੋਣ ਤੇ ਨਿਤਨੇਮ ਹੀ ਛੱਡ ਦਿਆ ਕਰਨ, ਜਾਂ ਇਸੇ ਤਰ੍ਹਾਂ ਪੁੱਛਦੇ ਹੀ ਰਹਿਣ ਵੀ ਜੇ ਸਵੇਰੇ ਨਿਤਨੇਮ ਰਹਿ ਜਾਵੇ ਤੇ ਸ਼ਾਮੀ ਕਰ ਲਈਏ ਕਿ ਨਾ ਕਰ ਲਈਏ, ਵੀ ਅੱਜ ਜੇ ਨਿਤਨੇਮ ਰਹਿ ਜਾਵੇ ਕੱਲ ਨੂੰ ਕਰ ਲਈਏ ਕਿ ਨਾ ਕਰ ਲਈਏ। ਵੀ ਨਿਤਨੇਮ ਤਾਂ ਰੋਜ਼ ਹੀ ਕਰਨਾ ਚਾਹੀਦਾ, ਕਿਸੇ ਕਾਰਨ ਸਵੇਰੇ ਰਹਿ ਜਾਵੇ ਤੇ ਸ਼ਾਮ ਦੇ ਨਿਤਨੇਮ ਨਾਲ ਕਰ ਲਵੇ। ਜੇ ਕਿਤੇ ਕੋਈ ਕਾਰਨ ਬਹੁਤੀ ਮੁਸੀਬਤ ਬਣ ਜਾਵੇ, ਸਰੀਰ ਇੰਨਾ ਹੀ ਢਿੱਲਾ ਮੱਠਾ, ਤੇ ਸ਼ਾਮੀ ਕਰ ਲਵੇ, ਜੇ ਰਹਿ ਗਿਆ ਤੇ ਕੱਲ ਨੂੰ ਪੂਰਾ ਕਰ ਲਵੇ। ਪਰ ਜੇ ਇਹ ਸੁਭਾਅ ਬਣ ਜਾਵੇ ਤੇ ਫਿਰ ਰਹਿੰਦਾ ਰਹਿ ਹੀ ਜਾਣਾ ਵੀ ਅੱਜ ਦਾ ਕੱਲ ਨੂੰ ਕਰ ਲਾਂਗੇ, ਕੱਲ ਦਾ ਪਰਸੋਂ, ਫਿਰ ਨਿਤਨੇਮ ਕਾਹਦਾ ਰਹਿ ਗਿਆ? ਤੇ ਉਹ ਤੇ ਹੋ ਗਿਆ ਵੀ ਇੱਕ ਦਿਨ ਛੱਡ ਕੇ ਇੱਕ ਦਿਨ ਨਿਤਨੇਮ। ਤਾਂ ਗਰੀਬ ਨਵਾਜ਼ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ, ਉੱਥੇ ਜਿਹੜਾ ਆਸਾ ਕੀ ਵਾਰ ਦਾ ਕੀਰਤਨ ਕੀਤਾ। ਵੇਖੋ ਏਦੋਂ ਵੱਡੀ ਮੁਸੀਬਤ ਨਹੀਂ ਕਦੀ ਆ ਸਕਦੀ ਵੀ ਅੱਗੇ ਦਰਿਆ ਚੜਿਆ ਹੈ, ਸਰਸਾ ਨਦੀ ਚੜੀ ਹੋਈ, ਉੱਤੋਂ ਮੀਂਹ ਪੈ ਰਿਹਾ ਹੈ, ਪਿੱਛੇ ਫੌਜ ਜੰਗ ਹੋ ਰਿਹਾ ਹੈ, ਹਨੇਰਾ ਹੈ, ਅੰਮ੍ਰਿਤ ਵੇਲਾ ਹੈ, ਤੇ ਉਸ ਮੌਕੇ ਤੇ ਵੀ ਗੁਰਬਾਣੀ ਪੜ੍ਹੀ ਜਾ ਰਹੀ ਹੈ। ਇਹਦਾ ਜ਼ਿਕਰ ਜੋਗੀ ਅੱਲਾ ਯਾਰ ਖਾਨ ਨੇ ਵੀ ਕੀਤਾ ਹੈ ਵੀ ਉਸ ਮੌਕੇ ਦੇ ਉੱਤੇ ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ, ਵੀ ਨਿਤਨੇਮ ਉਹਨਾਂ ਨੇ ਇੰਨਾ ਹੀ ਕੀਤਾ। ਬਾਅਦ ਵਿੱਚ ਲਿਖਿਆ ਨਾ ਮਹਾਰਾਜ ਦਾ ਇਤਿਹਾਸ, ਕਹਿੰਦੇ ਵੀ ਹੁਣ ਇਹ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ, ਆਸਾ ਕੀ ਵਾਰ ਦਾ ਕੀਰਤਨ ਜ਼ਰੂਰ ਕਰਨਾ ਹੈ। ਭਾਵ ਨਿਤਨੇਮ ਸਾਰਾ ਕੀਤਾ ਮਹਾਰਾਜ ਸਾਹਿਬ ਨੇ ਉਸ ਮੌਕੇ ਦੇ ਉੱਤੇ। ਸਿੰਘਾਂ ਨੇ ਨਾਲ ਦਿਆਂ ਨੇ ਕੀਤਾ, ਕੁਝ ਸਿੰਘ ਪਿੱਛੇ ਜੰਗ ਕਰ ਰਹੇ ਆ ਤੇ ਮਹਾਰਾਜ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ। ਤਾਂ ਇਸ ਤਰੀਕੇ ਦੇ ਨਾਲ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਵਹੀਰ ਦੀ ਰਾਖੀ ਕਰਦਿਆਂ ਹੋਏ ਆ ਅੱਗੇ ਅੱਗੇ ਜਾ ਰਹੇ ਆ, ਪਿੱਛੇ ਬਹੁਤਾ ਜੰਗ ਹੋ ਰਿਹਾ ਹੈ। ਸਿੰਘ ਪੰਜ ਸਹਿ ਸੰਗ ਹੁਤੇ ਭਟ, ਕਹਿੰਦੇ ਵੀ 500 ਸਿੰਘ ਉਸ ਵੇਲੇ ਨਾਲ ਸੀ ਮਹਾਰਾਜ ਸਾਹਿਬ ਜੀ ਦੇ। ਗੜ ਕੋ ਜਬ ਤਜ ਆਏ, ਜਦੋਂ ਕਿਲੇ ਨੂੰ ਛੱਡਿਆ, ਇਹ ਕਵੀ ਭਾਈ ਸੰਤੋਖ ਸਿੰਘ ਜੀ ਦਾ ਇਹ ਜ਼ਿਕਰ ਹੈ, ਉਹ ਕਹਿੰਦੇ ਵੀ 500 ਸਿੰਘ ਸੀ ਮਹਾਰਾਜ ਦੇ ਨਾਲ ਜਦੋਂ ਕਿਲਾ ਛੱਡਿਆ। ਤੇ ਕਈਆਂ ਗੁਰਮੁਖਾਂ ਨੇ 700 ਦਾ ਜ਼ਿਕਰ ਕੀਤਾ ਹੈ ਵੀ ਜਿਸ ਵੇਲੇ ਕਿਲਾ ਛੱਡਿਆ ਹੈ ਉਸ ਵੇਲੇ 700 ਸਿੰਘ ਸੀ।
ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਿਲਾ ਛੱਡ ਕੇ ਇੱਥੋਂ ਤੀਕ ਪਹੁੰਚੇ ਹਨ, ਕੀਰਤਕ ਉਦੇ ਸਿੰਘ ਕੋ ਸੰਗੀ। ਤੇ ਕਿੰਨੇ ਜਿਹੜੇ ਸਿੰਘ ਹਨ ਉਹ ਤਾਂ ਭਾਈ ਉਦੇ ਸਿੰਘ ਦੇ ਨਾਲ ਭੇਜੇ ਮਹਾਰਾਜ। ਭਾਈ ਉਦੇ ਸਿੰਘ ਦੇ ਸਾਥੀ ਬਣ ਕੇ ਜੰਗ ਕਰ ਰਹੇ ਹਨ। ਲੜਤ ਜੰਗ ਮੈਂ ਜਾਏ। ਤੇ ਭਾਈ ਉਹਦੇ ਸਿੰਘ ਨਾਲ ਜਾ ਕਰਕੇ ਜੰਗ ਦੇ ਵਿੱਚ ਲੜ ਰਹੇ ਹਨ। ਕੀਰਤਕ ਗੁਰ ਸੁਤ ਕੇ ਹੋਏ ਸੰਗੀ। ਤੇ ਕਈ ਜਿਹੜੇ ਸਿੰਘ ਵਾ ਗੁਰੂ ਕੇ ਵੱਡੇ ਸਾਹਿਬਜ਼ਾਦੇ ਦੇ ਸਾਥੀ, ਉਹਨਾਂ ਦੇ ਨਾਲ ਉਹਨਾਂ ਦਾ ਜਥਾ ਹੈ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਨਾਲ ਹਨ। ਜਵਾਲਾ ਬਮਣੀ ਛੁਰੈ। ਤੇ ਜਵਾਲਾ ਅੱਗ ਦਾ ਨਾਮ ਹੈ। ਅੱਗ ਜਿਹੜੀ ਉਗਲਛਣ ਵਾਲੀ ਹੈ, ਭਾਵ ਬੰਦੂਕ, ਉਹ ਜਿਹੜੇ ਭਾਈ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਸਾਥੀ ਆ, ਉਹ ਗੋਲੀਆਂ ਚਲਾ ਰਹੇ ਆ ਬੰਦੂਕਾਂ ਵਿੱਚੋਂ, ਰਫਲਾਂ ਦੇ ਵਿੱਚੋਂ। ਔਰ ਸਗਲ ਕਲਗੀ ਧਰ ਕੇ ਢਿਗ ਮਿਲੈ। ਬਾਕੀ ਜਿਹੜੇ ਹਨ ਉਹ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਸਿੰਘ ਮਿਲ ਰਹੇ ਹਨ। ਸ਼ਬਦਰ ਹੱਥ ਮੋਰੈ। ਤੇ ਮਿਲ ਕਰਕੇ ਮਹਾਰਾਜ ਦੇ ਨਾਲ ਤੇ ਸ਼ਤਰੂਆਂ ਨੂੰ ਮਾਰ ਰਹੇ ਹਨ, ਮੋੜ ਰਹੇ ਹਨ ਉਹਨਾਂ ਦੇ ਮੂੰਹ ਪਛਾਣ। ਸੁਨੋ ਉਦੇ ਸਿੰਘ ਸੋ ਰਣ ਭਾਜਿਮ। ਕਵੀ ਜੀ ਕਹਿੰਦੇ ਵੀ ਹੁਣ ਕਲਗੀਧਰ ਪਾਤਸ਼ਾਹ ਤੇ ਅੱਗੇ ਆ ਗਏ ਆ, ਫਿਰ ਉੱਥੋਂ ਮਹਾਰਾਜ ਨੇ ਸਰਸਾ ਪਾਰ ਕਰਕੇ ਅੱਗੇ ਜਾਣਾ ਹੈ। ਪਿੱਛੇ ਹੁਣ ਜਿਹੜੀ ਆ ਉਹ ਜੰਗ ਦੀ ਕਮਾਨ ਸੰਭਾਲੀ ਹੋਈ ਭਾਈ ਉਹਦੇ ਸਿੰਘ ਨੇ। ਤੇ ਹੁਣ ਭਾਈ ਉਹਦੇ ਸਿੰਘ ਦਾ ਜੰਗ ਸੁਣੋ, ਜਿਵੇਂ ਭਾਈ ਉਹਦੇ ਸਿੰਘ ਨੇ ਉੱਥੇ ਮੁਕਾਬਲਾ ਕੀਤਾ ਹੋਇਆ ਹੈ। ਤੁਰਕੇ ਤੁਰਕ ਪਹਾੜੀ। ਤੇ ਬਹੁਤੇ ਜਿਹੜੇ ਪਹਾੜੀਏ ਤੇ ਤੁਰਕ ਜਿਹੜੇ ਆ ਉਹ ਨੇੜੇ ਢੁੱਕ ਆਏ ਹਨ ਭਾਈ ਉਹਦੇ ਸਿੰਘ ਜੀ ਦੇ। ਜਾਣਿਓ ਗੁਰੂ ਇਹਾਂ ਰਣ ਘਾਲਤ। ਤੇ ਭਾਈ ਉਹਦੇ ਸਿੰਘ ਜੀ ਐਸੇ ਵੀਰ ਰਸ ਵਿੱਚ ਆ ਕੇ ਜੰਗ ਕਰ ਰਹੇ ਸੀ ਨਾ, ਕਿਉਂਕਿ ਉਹਨਾਂ ਦੀ ਕੰਡ ਤੇ ਥਾਪੜਾ ਲਾ ਕੇ ਭੇਜਿਆ ਮਹਾਰਾਜ, ਥਾਪੀ ਦੇ ਕੇ। ਆਪਾਂ ਪਿਛਲੇ ਪ੍ਰਸੰਗ 'ਚ ਸੁਣਿਆ, ਜਦੋਂ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਸੀ ਭਾਈ ਉਹਦੇ ਸਿੰਘ ਨੇ, ਮਹਾਰਾਜ ਰੱਖਿਆ ਕਰਿਓ ਪ੍ਰਲੋਕ 'ਚ। ਤੇ ਸਤਿਗੁਰੂ ਸਾਹਿਬ ਜੀ ਨੇ ਕੰਡ ਤੇ ਥਾਪੀ ਦਿੱਤੀ ਸੀ, ਆਖਿਆ ਸੀ ਇਕੱਲੀ ਰੱਖਿਆ ਹੀ ਨਹੀਂ ਕਰਾਂਗੇ, ਆਪਣੀ ਹਜ਼ੂਰੀ 'ਚ ਰੱਖਾਂਗੇ ਪ੍ਰਲੋਕ 'ਚ ਵੀ ਤੈਨੂੰ। ਤੇ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਉਹ ਭਾਈ ਉਹਦੇ ਸਿੰਘ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਪੁੱਤਰ ਹੈ, ਤੇ ਭਾਈ ਬਚਿੱਤਰ ਸਿੰਘ ਦਾ ਵੱਡਾ ਭਰਾ ਹੈ। ਤੇ ਹੁਣ ਉਹ ਭਾਈ ਉਹਦੇ ਸਿੰਘ ਜੀ ਉੱਥੇ ਜੰਗ ਕਰ ਰਹੇ ਆ, ਤੇ ਤੁਰਕਾਂ ਨੂੰ ਭੁਲੇਖਾ ਇਹ ਪੈ ਗਿਆ, ਸਾਰੀ ਫੌਜ ਨੂੰ ਤੇ ਪਹਾੜੀਆਂ ਨੂੰ, ਕਿ ਇਹ ਗੁਰੂ ਗੋਬਿੰਦ ਸਿੰਘ ਆਪ ਜੰਗ ਕਰ ਰਹੇ ਆ। ਵੇਖੋ ਸਿੰਘ ਕੈਸੇ ਸੀ ਵੀ ਇੱਕੋ ਹੀ ਬਾਣਾ ਸੀ। ਮਹਾਰਾਜ ਨੇ ਤਾਂ ਸਾਡੇ ਤੋਂ ਲੁਕੋਇਆ ਹੀ ਕੁਝ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ, ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਸਾਰਾ ਕੁਝ ਹੀ ਦੇ ਦਿੱਤਾ। ਐਵੇਂ ਨਹੀਂ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋ ਕਰੋ ਨਿਵਾਸ। ਮਹਾਰਾਜ ਨੇ ਬਾਣੀ ਬਾਣਾ ਇਹ ਗਰੀਬ ਨਵਾਜ ਨੇ ਆਪਣੇ ਸਿੰਘਾਂ ਨੂੰ ਬਖਸ਼ਿਆ। ਜਿਸ ਤਰ੍ਹਾਂ ਦੀ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਸਜਾਉਂਦੇ ਸੀ, ਦਮਾਲਾ ਦੂਰੀ ਦਸਤਾਰ, ਸ਼ਸਤਰ ਸਜਾਉਣੇ, ਚੱਕਰ ਲਾਉਣੇ, ਉਸੇ ਤਰ੍ਹਾਂ ਦੀਆਂ ਦਸਤਾਰਾਂ ਸਿੰਘਾਂ ਦੀਆਂ ਹੁੰਦੀਆਂ ਸੀ। ਜਿਸ ਤਰ੍ਹਾਂ ਦਾ ਬਾਣਾ ਕਲਗੀਧਰ ਪਾਤਸ਼ਾਹ ਦਾ, ਉਸੇ ਤਰ੍ਹਾਂ ਦਾ ਬਾਣਾ ਸਿੰਘਾਂ ਦਾ। ਇਸ ਕਰਕੇ ਭਾਈ ਉਹਦੇ ਸਿੰਘ ਜੀ ਜਦੋਂ ਜੰਗ ਕਰ ਰਹੇ ਆ ਨਾ, ਤੇ ਭੁਲੇਖਾ ਪੈ ਗਿਆ ਤੁਰਕਾਂ ਨੂੰ ਵੀ ਇਹ ਗੁਰੂ ਗੋਬਿੰਦ ਸਿੰਘ ਆਪ ਜੰਗ ਕਰ ਰਹੇ। ਇੱਥੇ ਜ਼ਿਕਰ ਆ ਗਿਆ, ਕਹਿੰਦੇ ਵੀ ਉਹਨਾਂ ਨੇ ਜਾਣਿਓ ਗੁਰੂ ਇਹਾਂ ਰਣ ਘਾਲਤ, ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਆਪ ਜੰਗ ਕਰਦੇ ਪਏ ਹਨ। ਪਕਰ ਕਿਦੋਂ ਲਿਓ ਮਾਰੀ। ਕਹਿੰਦੇ ਵੀ ਫੜ ਲੋ ਬਈ, ਹੁਣ ਗੁਰੂ ਗੋਬਿੰਦ ਸਿੰਘ ਜਾਵੇ ਨਾ, ਜਾਂ ਤੇ ਜਿਉਂਦਿਆਂ ਗ੍ਰਿਫਤਾਰ ਕਰ ਲੋ ਗੁਰੂ ਗੋਬਿੰਦ ਸਿੰਘ ਜੀ ਨੂੰ, ਤੇ ਜਾਂ ਮਾਰ ਲਵੋ ਇੱਥੇ ਜੰਗ ਕਰਕੇ। ਇਹ ਗੁਰੂ ਗੋਬਿੰਦ ਸਿੰਘ ਹੈ ਤੇ ਗੁਰੂ ਗੋਬਿੰਦ ਸਿੰਘ ਆਪ ਜੰਗ ਕਰਦੇ ਪਏ ਹਨ। ਪਾਏ ਜੋਰ ਅਨਗਨਤ ਚਮੂ ਤਬ। ਉਸ ਵੇਲੇ ਜ਼ੋਰ ਪਾ ਕੇ ਕਹਿੰਦੇ ਗਿਣਤੀ ਤੋਂ ਪਰੇ ਅਣਗਿਣਤੀ ਫੌਜ ਚੜ ਪਈ ਹੈ। ਉਮੜੀ ਓਰੜ ਆਈ। ਉਛਲ ਕੇ ਉਮੜ ਕੇ ਚਾਰ ਚੁਫੇਰਿਓਂ ਹੋ ਕੇ ਆ ਗਈ ਹੈ। ਧੁਖੈ ਪਲੀਤੇ ਛੂਟੈ ਗੁਲਕਾਂ। ਪਲੀਤੇ ਧੁਖ ਰਹੇ ਆ, ਗੋਲੀਆਂ ਛੁੱਟ ਰਹੀਆਂ ਹਨ। ਗਿਰਹਿ ਵੀਰ ਸਮੁਦਾਇ। ਬਹੁਤੇ ਸੂਰਬੀਰ ਡਿੱਗ ਰਹੇ ਗੋਲੀਆਂ ਵੱਜ ਵੱਜ ਕੇ। ਰੁਪਿਓ ਉਦਰ ਸਿੰਘ ਤਜਤ ਨ ਗਲਕੋ। ਤੈਂ ਗੱਡੇ ਹੋਏ ਆ ਪੈਰ ਭਾਈ ਉਹਦੇ ਸਿੰਘ ਨੇ, ਕਹਿੰਦੇ ਵੀ ਉਹ ਮੈਦਾਨ ਛੱਡ ਨਹੀਂ ਰਹੇ। ਹੱਥ ਹੈ ਤੀਰ ਕਰ ਕ੍ਰੋਧਾ। ਬਹੁਤ ਗੁੱਸੇ ਵਿੱਚ ਆ ਕੇ, ਵੀਰ ਰਸ ਵਿੱਚ ਆ ਕੇ ਤੇ ਤੀਰ ਚਲਾਈ ਜਾਂਦੇ ਭਾਈ ਉਹਦੇ ਸਿੰਘ। ਲਲਕਾਰਤ ਮਾਰੋ ਰਿਪ ਗਨ ਕੋ। ਨਾਲ ਦੇ ਸਿੰਘਾਂ ਸਾਥੀਆਂ ਨੂੰ ਹੌਸਲਾ ਦਿੰਦੇ, ਲਲਕਾਰਾ ਦਿੰਦੇ ਆ, ਕਹਿੰਦੇ ਦੁਸ਼ਮਣ ਦੇ ਸਮੂਹ ਫੌਜ ਨੂੰ ਮਾਰੋ ਸਿੰਘੋ। ਹਿਮ ਕਹਿ ਆਗਾ ਰੋਧਾ। ਇਸ ਤਰ੍ਹਾਂ ਕਹਿ ਕੇ ਭਾਈ ਉਹਦੇ ਸਿੰਘ ਨੇ
ਸਾਰੀ ਦੁਸ਼ਮਣ ਦੀ ਫੌਜ ਦਾ ਅੱਗਾ ਰੋਕ ਕੇ ਰੱਖਿਆ ਹੈ। ਗੁਰੂ ਸਾਹਿਬ ਜੀ ਦੀ ਤਰਫ ਉਹਨਾਂ ਨੂੰ ਜਾਣ ਨਹੀਂ ਦਿੱਤਾ। ਧਮ ਮਹਿ ਗਿਰਹਿ ਤੁਰਕ ਗਿਰਬਾਸੀ। ਹਨੇਰੇ ਦੇ ਵਿੱਚ ਜੰਗ ਕਰ ਰਹੇ ਆ ਭਾਈ ਉਦੇ ਸਿੰਘ। ਕਹਿੰਦੇ ਹਨੇਰੇ ਵਿੱਚ ਕਈ ਤੁਰਕ ਡਿੱਗਦੇ ਪਏ ਆ, ਕਈ ਪਹਾੜੀ ਸਿਪਾਹੀ ਡਿੱਗਦੇ ਪਏ ਹਨ। ਘਲ ਹੈ ਢੇਲ ਬਿਸਾਲੇ। ਤੇ ਬਹੁਤਾ ਹੀ ਹੱਲਾ ਜਿਹੜਾ ਉਹ ਭਾਈ ਉਦੇ ਸਿੰਘ ਨੇ ਘਾਲਿਆ ਹੋਇਆ ਹੈ। ਬਹੁਤ ਅਲਪ ਕੁਛ ਲਖੇ ਨ ਜਾਣੀ। ਹਨੇਰੇ 'ਚ ਕਹਿੰਦੇ ਕੋਈ ਪਤਾ ਨਹੀਂ ਲੱਗਦਾ, ਬਹੁਤੇ ਆ ਕਿ ਥੋੜੇ ਹਨ। ਸੰਗਰਾਮ ਕਰਾਲੇ। ਬੜਾ ਭਿਆਨਕ ਯੁੱਧ ਹੋਇਆ ਹੈ। ਹੜ ਹੜ ਹਸਤ ਜੋਗਨੀ ਨਾਚੈ। ਕਵੀ ਜੀ ਕਹਿੰਦੇ ਉਸ ਥਾਂ ਦੇ ਉੱਤੇ ਗੁਪਤ ਵੀ, ਜਦੋਂ ਇਹੋ ਜਿਹਾ ਜੰਗ ਮੱਚਦਾ ਹੈ ਤੇ ਫਿਰ ਕੁਝ ਗੁਪਤ ਰੂਹਾਂ ਵੀ ਉੱਥੇ ਚੱਲਦੀਆਂ। ਕਹਿੰਦੇ ਵੀ ਹੜ ਹੜ ਕਰਦੀਆਂ, ਅਟਹਾਸ ਕਰਦੀਆਂ, ਤੇ ਹੜ ਹੜ ਕਰਕੇ ਜੋਗਣੀਆਂ ਹੱਸ ਰਹੀਆਂ ਹਨ। ਭੂਤ ਪ੍ਰੇਤ ਬੈਤਾਲਾ। ਨੱਚ ਹੈ ਭੂਤ ਪ੍ਰੇਤ ਬੈਤਾਲਾ, ਤੇ ਨੱਚ ਰਹੇ ਆ ਭੂਤ ਪ੍ਰੇਤ ਤੇ ਬੈਤਾਲ। ਇਹ ਵੱਖ ਵੱਖ ਇਹਨਾਂ ਦੀਆਂ ਜਾਤੀਆਂ ਕਿਸਮਾਂ ਹਨ ਭੂਤਾਂ ਪ੍ਰੇਤਾਂ ਦੀਆਂ। ਇਹ ਵੀ ਨੱਚ ਰਹੇ ਹਨ ਕਿਉਂਕਿ ਉਹਨਾਂ ਨੂੰ ਖੁਸ਼ੀ ਹੋ ਰਹੀ ਆ ਵੀ ਖੂਨ ਪੀਣ ਲਈ ਮਿਲ ਰਿਹਾ ਹੈ, ਮਾਸ ਖਾਣ ਲਈ ਮਿਲ ਰਿਹਾ ਹੈ। ਜਦੋਂ ਇਹੋ ਜਿਹਾ ਸਮਾਂ ਆਉਂਦਾ ਫਿਰ ਇਹ ਗੁਪਤ ਵੀ, ਇਹ ਵੀ ਹੱਸਦੇ ਹਨ ਜਿਨ੍ਹਾਂ ਦਾ ਆਹਾਰ ਹੀ ਇਹ ਕੁਝ ਹੈ। ਜੰਬਕ ਬ੍ਰਿੰਦ ਪੁਕਾਰੈ ਧਾਰਣ। ਜੰਬਕ ਨਾਮ ਗਿੱਦੜਾਂ ਦਾ ਹੈ। ਬਹੁਤੇ ਜ਼ਿਆਦੇ ਗਿੱਦੜ ਵੀ ਬੋਲ ਰਹੇ ਹਨ। ਅਮਿਕ ਭਖੈ ਵਿਸਾਲਾ। ਤੇ ਉਹਨਾਂ ਨੂੰ ਵੀ ਖਾਣ ਵਾਸਤੇ ਮਾਸ ਮਿਲ ਰਿਹਾ ਹੈ ਤੇ ਬਹੁਤਾ ਮਾਸ ਖਾ ਖਾ ਕੇ ਬੋਲ ਰਹੇ ਹਨ। ਤਮ ਮੈਂ ਜਿਮ ਜੀਵਨ ਚਮਕਨ ਤੇ। ਹਨੇਰੇ ਦੇ ਵਿੱਚ ਜਿਵੇਂ ਟਟਹਿਣੇ ਜੇ ਚਮਕਦੇ ਹਨ। ਧੁਖੈ ਪਲੀਤੇ ਪੁੰਜਾ। ਇਸ ਤਰ੍ਹਾਂ ਕਹਿੰਦੇ ਵੀ ਬਹੁਤੇ ਪਲੀਤੇ ਧੁਖ ਰਹੇ ਹਨ ਤੇ ਉਹ ਇਸ ਤਰ੍ਹਾਂ ਜਾਪਦੇ ਜਿਵੇਂ ਰਾਤ ਨੂੰ ਜੁਗਨੂ ਜਾਗਦੇ ਹੁੰਦੇ ਆ। ਭੜ ਸ਼ਬਦ ਧਾਨ ਬਹੁ ਲੈ ਜਿਮ। ਕਹਿੰਦੇ ਵੀ ਜਦੋਂ ਗੋਲੀਆਂ ਚੱਲਦੀਆਂ ਤੇ ਤਰੜ ਭਰੜ ਦੀ ਆਵਾਜ਼ ਬਹੁਤ ਆ ਰਹੀ ਹੈ। ਜਿਮ ਭਾੜ ਵਿਖੈ ਗਿਨ ਪੁੰਜਾ। ਜਿਵੇਂ ਕਹਿੰਦੇ ਵੀ ਧਾਨ ਕਹਿੰਦੇ ਝੋਨੇ ਨੂੰ, ਚੌਲਾਂ ਨੂੰ, ਜਿਨ੍ਹਾਂ ਦੀਆਂ ਫੁੱਲੜੀਆਂ ਬਣਦੀਆਂ। ਜਿਵੇਂ ਕਹਿੰਦੇ ਵੀ ਉਹ ਭੜਪੂੰਜਾ ਭੱਠੀ 'ਚ ਪਾ ਕੇ ਚੌਲਾਂ ਨੂੰ ਭੁੰਨਦਾ ਨਾ ਤੇ ਉਹ ਤਰੜ ਤੜ ਕਰਦੇ ਆ। ਇਸ ਤਰ੍ਹਾਂ ਕਹਿੰਦੇ ਵੀ ਜਿਵੇਂ ਦਾਣੇ ਜੇ ਭੁੱਜਦੇ ਹੋਣ ਤੇ ਇਸ ਤਰੀਕੇ ਦੇ ਨਾਲ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ। ਗਿਰਹਿ ਸਿੰਧ ਸਨਮੁਖ ਹੱਥ ਸ਼ਤਰਨ। ਤੇ ਸਾਹਮਣੇ ਉਸ ਵੇਲੇ ਸ਼ਤਰੂਆਂ ਦੇ ਨਾਲ ਜੰਗ ਕਰਦਿਆਂ ਹੋਇਆਂ ਸਿੰਘ ਵੀ ਸ਼ਹੀਦੀਆਂ ਪਾਉਂਦੇ ਡਿੱਗਦੇ ਹਨ। ਬਰੈ ਬਰੰਗਨ ਆਈ। ਤੇ ਉਸ ਵੇਲੇ ਅਪਸ਼ਰਾਂ ਆ ਕੇ ਵਰ ਲੈਂਦੀਆਂ। ਲੋਥ ਪੋਥਨਾ ਹੋਦ ਜਹਾਂ ਕਹਿ। ਜਿੱਥੇ ਕਿੱਥੇ ਲੋਥ ਪੋਥਨਾ ਤੋਂ ਭਾਵ ਹੈ ਲੋਥ ਤੇ ਲੋਥ ਚੜ ਗਈ ਹੈ। ਅਟਕ ਪੈਰ ਗਿਰ ਜਾਏ। ਤੇ ਦੁਸ਼ਮਣ ਦੀ ਫੌਜ ਉਹ ਲੋਥਾਂ ਦੇ ਨਾਲ, ਸਰੀਰਾਂ ਦੇ ਨਾਲ ਅਟਕ ਅਟਕ ਕੇ ਡਿੱਗਦੀ ਜਾ ਰਹੀ ਹੈ। ਇਸ ਉੱਪਰ ਤੀਜਾ ਗਿਰ ਪਰ ਹੈ। ਇੱਕ ਡਿੱਗਦਾ, ਦੂਜਾ ਉੱਤੇ ਡਿੱਗ ਪੈਂਦਾ, ਤੀਜਾ ਅੜ ਕੇ ਉੱਤੇ ਡਿੱਗ ਪੈਂਦਾ ਹੈ। ਦਰੜੇ ਆਪ ਸਮਾਹੀ। ਆਪਸ ਦੇ ਵਿੱਚ ਹੀ ਦਰੜੇ ਜਾਂਦੇ, ਪਿੱਛੋਂ ਘੋੜੇ ਉੱਤੇ ਚੜ ਜਾਂਦੇ। ਪਰੇ ਕਰਾਂ ਹੈ ਉਠ ਹੰਕਾਰਾ। ਕਹਿੰਦੇ ਵੀ ਉਹ ਜਿਹੜੇ ਥੱਲੇ ਹੀ ਰਗੜੇ ਜਾਂਦੇ ਨਾ, ਦਰੜੇ ਜਾਂਦੇ, ਉੱਥੇ ਹੀ ਉਹ ਹੁੰਗਾਰੇ ਭਰੀ ਜਾਂਦੇ, ਹਾਏ ਹਾਏ ਕਰੀ ਜਾਂਦੇ ਹਨ। ਹਾਏ ਹਾਏ ਬਹੁ ਪ੍ਰਾਹੀ। ਬਹੁਤੇ ਹਾਏ ਹਾਏ ਕਰਕੇ ਬੋਲਦੇ ਕਿਉਂਕਿ ਜਿਉਂਦੇ ਹੀ ਥੱਲੇ ਆ ਗਏ। ਇੱਕ ਤੇ ਦੂਜਾ ਡਿੱਗ ਪਿਆ, ਦੂਜੇ ਤੇ ਤੀਜਾ ਡਿੱਗ ਗਿਆ, ਉੱਤੇ ਘੋੜੇ ਚੜ ਗਏ, ਥੱਲੇ ਹੀ ਦਰੜੇ ਗਏ ਤੇ ਥੱਲੇ ਹੀ ਕੁਰਲਾਟ ਪੈਂਦਾ ਉਹਨਾਂ ਦਾ, ਥੱਲੇ ਹੀ ਰੋਈ ਜਾਂਦੇ ਹਨ, ਥੱਲੇ ਹੀ ਹਾਏ ਹਾਏ ਕਰੀ ਜਾਂਦੇ ਹਨ। ਬਿਨ ਮਾਰੇ ਸ਼ਤਰ ਘਨ ਮਰ ਗਏ। ਇਸ ਤਰ੍ਹਾਂ ਬਹੁਤੇ ਤੇ ਸ਼ਤਰੂ ਬਿਨਾਂ ਮਾਰਿਆਂ ਆਪਸ ਵਿੱਚ ਹੀ ਥੱਲੇ ਡਿੱਗ ਡੁੱਗ ਕੇ ਤੇ ਘੋੜਿਆਂ ਤੇ ਥੱਲੇ ਰਗੜੇ ਗਏ ਤੇ ਮਰ ਗਏ। ਗਿਰੇ ਠੋਕਰਾਂ ਕਹਿ ਕੇ। ਉਹ ਕਹਿੰਦੇ ਲਾਸ਼ਾਂ ਨਾਲ ਹੀ ਠੋਕਰਾਂ ਖਾ ਖਾ ਕੇ ਡਿੱਗ ਪਏ। ਜੇਰ ਦਸ ਹਰ ਖਾਨ ਵਜੀਦਾ। ਲਾਹੌਰ ਦਾ ਸੂਬਾ ਜੇਰ ਦਸਤੋ ਦਾ ਨਾਂ ਹੈ। ਸਰਹੰਦ ਦਾ ਸੂਬਾ ਵਜੀਦਾ ਹੈ। ਬੋਲੇ ਊਚ ਸਹਿ ਕੇ। ਗੁੱਸੇ ਵਿੱਚ ਆ ਕੇ ਦੋਵੇਂ ਬੋਲੇ ਹਨ। ਕਹਾਂ ਭਇਓ ਤੁਮ ਕਿਉਂ ਬਲ ਹਾਰੇ ਹੋ। ਕਹਿੰਦੇ ਹਨ ਆਪਣੀ ਫੌਜ ਨੂੰ, ਆਪਣੇ ਜਰਨੈਲਾਂ ਨੂੰ, ਉਹ ਤੁਹਾਨੂੰ ਕੀ ਹੋ ਗਿਆ? ਤੁਸੀਂ ਆਪਣਾ ਬਲ ਕਿਉਂ ਛੱਡ ਦਿੱਤਾ? ਤੁਹਾਡੀ ਤਾਕਤ ਕਿਉਂ ਮੁੱਕ ਗਈ? ਅਲਪ ਸਿੰਘ ਨਹਿ ਮਾਰੇ। ਉਹ ਥੋੜੇ ਜਿਹੇ ਸਿੰਘ ਨਹੀਂ ਤੁਹਾਡੇ ਤੋਂ ਮਾਰੇ ਜਾਂਦੇ, ਉਹ ਤੁਹਾਨੂੰ ਮਾਰੀ ਜਾਂਦੇ ਆ। ਤੁਹਾਡੀ ਤਾਕਤ ਨੂੰ ਕੀ ਹੋ ਗਿਆ? ਤੁਹਾਡਾ ਜ਼ੋਰ ਕਿਉਂ ਖਤਮ ਹੋ ਗਿਆ? ਕਰੋ ਗੁਰ ਕੋ ਨਹਿ ਮਾਰ ਦਿਓ। ਸਾਰਿਆਂ ਨੂੰ ਭੁਲੇਖਾ ਇਹੀ ਪੈ ਰਿਹਾ ਵੀ ਇਹ ਉਦੇ ਸਿੰਘ, ਵੀ ਇਹ ਗੁਰੂ ਗੋਬਿੰਦ ਸਿੰਘ ਲੜ ਰਿਹਾ। ਕਹਿੰਦਾ ਫੜ ਲਓ, ਸਾਰੇ ਆਖ ਰਹੇ ਫੜ ਲਓ ਗੁਰੂ ਗੋਬਿੰਦ ਸਿੰਘ ਨੂੰ, ਕਿਉਂ ਨਹੀਂ ਤੁਸੀਂ ਫੜਦੇ ਹੋ? ਲੱਖਾਂ ਤੁਮ ਬਲ ਹਾਰੇ। ਤੁਸੀਂ ਲੱਖਾਂ ਹੋ ਪਰ ਫਿਰ ਵੀ ਤੁਸੀਂ ਆਪਣਾ ਬਲ ਹਾਰ ਦਿੱਤਾ ਹੈ। ਜਥੇਦਾਰ ਜੇ ਨਿਕਟ ਖੜੇ ਤੇ। ਇਹ ਜੇਰ ਦਸਤ ਖਾਂ ਦੇ ਤੇ ਵਜੀਦੇ ਖਾਨ ਦੇ ਨੇੜੇ ਜਿਹੜੇ ਖਲੋਤੇ ਸੀ ਨਾ ਫੌਜ ਦੇ ਜਰਨੈਲ ਜਥੇਦਾਰ, ਦੇ ਘਰ ਘਰ ਬਿਠਾਏ। ਉਹਨਾਂ ਨੂੰ ਗਾਲਾਂ ਕੱਢੀਆਂ ਇਹਨਾਂ ਨੇ
ਜੇਰ ਦਸਤਖਾਨ ਨੇ ਗਾਲਾਂ ਕੱਢੀਆਂ ਤੇ ਵਜੀਦੇ ਨੇ ਵੀ ਗਾਲਾਂ ਕੱਢੀਆਂ ਆਪਣੇ ਜਰਨੈਲਾਂ ਨੂੰ, ਤੇ ਗਾਲਾਂ ਕੱਢ ਕੇ ਤੁਰ ਲੱਗੇ ਵੀ ਤੁਸੀਂ ਕਿਉਂ ਨਹੀਂ ਅੱਗੇ ਹੁੰਦੇ ਹੋ, ਆ ਸਾਹਮਣੇ ਗੁਰੂ ਗੋਬਿੰਦ ਸਿੰਘ ਜੰਗ ਕਰ ਰਿਹਾ, ਫੜਦੇ ਕਿਉਂ ਨਹੀਂ ਹੋ। ਜਾਨ ਨਾ ਪਾਵੇ ਗੁਰੂ ਜੰਗ ਕਰ। ਨਹੀਂ ਵੀ ਤੁਸੀਂ ਗਾਲਾਂ ਕੱਢੀ ਜਾਂਦੇ, ਤੁਸੀਂ ਫੜ ਲਓ ਗਾਹ ਹੋ ਕੇ, ਵੀ ਤੁਸੀਂ ਗਾਲਾਂ ਕੱਢੀ ਜਾਂਦੇ ਹੋ ਉਹਨਾਂ ਨੂੰ ਵੀ ਤੁਸੀਂ ਗਾਹ ਜੋ ਹੈ, ਸਾਹਮਣੇ ਗੁਰੂ ਗੋਬਿੰਦ ਸਿੰਘ ਜੰਗ ਕਰਦੇ ਆ ਤੇ ਤੁਸੀਂ ਫੜ ਲਓ। ਪਰ ਇਸ ਤਰ੍ਹਾਂ ਹੁੰਦਾ ਨਾ ਵੀ ਆਪ ਲਲਕਾਰਾ ਹੀ ਮਾਰਨਾ ਆਪਣੀ ਗਾਉਣ। ਤਾਂ ਉਸ ਵੇਲੇ ਇਹ ਕਹਿ ਰਹੇ ਆ ਤੇ ਜਾਣ ਨਾ ਪਾਵੇ ਗੁਰੂ ਜੰਗ ਕਰ, ਕਹਿੰਦੇ ਵੀ ਚਲੇ ਨਾ ਜਾਵੇ ਕਿਤੇ ਹੁਣ ਵੀ ਗੁਰੂ ਗੋਬਿੰਦ ਸਿੰਘ ਜੰਗ ਕਰਕੇ। ਪਕੜੋ ਕਹਿ ਕਹਿ ਧਾਰੇ, ਕਹਿੰਦੇ ਫੜ ਲਵੋ। ਇਸ ਤਰ੍ਹਾਂ ਕਹਿ ਕਹਿ ਕੇ ਫਿਰ ਉਹ ਜਰਨੈਲ ਦੌੜ ਪਏ ਵੀ ਫੜ ਲਓ ਦੌੜ ਨਾ ਜਾਣ ਕਿਤੇ। ਹਜ਼ਰਤ ਬਖਸ਼ੈ ਬਹੁ ਬਖਸ਼ੀਸ਼ਾਂ। ਤੇ ਇਹ ਵਜੀਦਾ ਤੇ ਜੇਰ ਦਸਤੀਆਂ ਉਹਨਾਂ ਨੂੰ ਕਹੀ ਜਾਂਦੇ ਆ ਵੀ ਹਮਲਾ ਕਰੋ, ਔਰੰਗਜ਼ੇਬ ਬਾਦਸ਼ਾਹ ਬੜੀਆਂ ਬਖਸ਼ਿਸ਼ਾਂ ਕਰੇਗਾ। ਜੇ ਗੁਰ ਗਹਿਰੇ ਚੱਲੈ, ਜੇ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਕੇ ਜਿਉਂਦਿਆਂ ਲੈ ਗਏ ਨਾ ਔਰੰਗਜ਼ੇਬ ਦੇ ਕੋਲੇ ਤੇ ਬੜੀਆਂ ਬਖਸ਼ਿਸ਼ਾਂ ਮਿਲਣਗੀਆਂ, ਬਹੁਤ ਬਖਸ਼ਿਸ਼ਾਂ ਔਰੰਗਜ਼ੇਬ ਦੇਵੇਗਾ। ਇਮ ਕਹਿ ਸੁਣ ਕਰ ਧਾਰੇ ਪਰੇ ਥਲ। ਇਸ ਤਰ੍ਹਾਂ ਕਹਿ ਕਰਕੇ ਕਹਿੰਦੇ ਮੂਰਖ ਟੋਲਾ ਦੌੜ ਕੇ ਪਏ ਹਨ। ਅਜੀਤ ਬੰਗਨ ਜਲ, ਬਹੁਤੀਆਂ ਗੋਲੀਆਂ ਚਲਾਈਆਂ ਇਹਨਾਂ ਨੇ। ਸਾਵਲ ਸ਼ਬਦ ਹਜ਼ਾਰਾਂ ਸੰਘਾਰੇ। ਕਹਿੰਦੇ ਇਧਰੋਂ ਸਿੰਘਾਂ ਨੇ ਹਮਲਾ ਕਰਕੇ ਹਜ਼ਾਰਾਂ ਖਤਮ ਕਰ ਦਿੱਤੇ। ਖਰੇ ਧੀਰ ਧਾਰੇ, ਖਲੋਤੇ ਹੋਏ ਆ ਸਿੰਘ ਧੀਰਜ ਧਾਰਨ ਕਰਕੇ। ਨਹੀਂ ਸਿੰਘ ਹਾਲੇ, ਸਿੰਘ ਹਿੱਲੇ ਨਹੀਂ। ਬੜੇ ਹਿਲ ਘਾਲੇ, ਇਹਨਾਂ ਨੇ ਬੜੇ ਹਮਲੇ ਕੀਤੇ। ਲੱਗਿਆ ਆਣ ਗੋਰੀ, ਗੋਲੀਆਂ ਆ ਕੇ ਵੱਜ ਰਹੀਆਂ, ਤਨ ਦੇਤ ਹੋਰੀ। ਸਰੀਰ ਨੂੰ ਫੋੜ ਰਹੀਆਂ, ਮਿਲੇ ਹੱਥ ਬੱਥੈ, ਹੱਥੋਂ ਹੱਥੀ ਹੋ ਗਏ। ਮਹਾ ਓਜ ਸੱਥੈ, ਬੜੀ ਤਾਕਤ ਦੇ ਨਾਲ। ਤੁਫੰਗਾਨ ਡਾਰੀ। ਕਹਿੰਦੇ ਵੀ ਉਸ ਵੇਲੇ ਬੰਦੂਕਾਂ ਸੁੱਟ ਦਿੱਤੀਆਂ ਕਿਰਪਾਨੈ ਨਿਕਾਰੀ। ਤੇ ਕਿਰਪਾਨਾਂ ਫੜ ਲਈਆਂ। ਜੁਟੇ ਸਿੰਘ ਜੂਰੇ, ਸੂਰਮੇ ਸਿੰਘ ਜੁਟ ਪਏ। ਬੜੇ ਕ੍ਰੋਧ ਪੂਰੇ। ਪੂਰੇ ਕ੍ਰੋਧ ਵਿੱਚ ਵੀਰ ਰਸ ਵਿੱਚ ਆਏ ਹੋਏ ਸੂਰਬੀਰ ਭਾਈ ਉਹਦੇ ਸਿੰਘ ਦੇ ਸਾਥੀ। ਦਗਾ ਦੁਸ਼ਟ ਕੀਤੇ, ਕਹਿੰਦੇ ਇਹਨਾਂ ਦੁਸ਼ਟਾਂ ਨੂੰ ਮਜ਼ਾ ਚਖਾਓ, ਇਹਨਾਂ ਨੇ ਦਗਾ ਕੀਤਾ ਹੈ। ਧਰਮੀ ਸੋ ਜੀਤੇ, ਇਹਨਾਂ ਨੇ ਆਪਣਾ ਧਰਮ ਛੱਡਿਆ, ਇਹ ਅਧਰਮੀ ਆ, ਇਸ ਕਰਕੇ ਇਹਨਾਂ ਨੂੰ ਮਾਰ ਦੋ, ਖਤਮ ਕਰ ਦੋ, ਇਹ ਅਧਰਮੀ ਜਾਣ ਕੇ। ਕਰੇ ਮਾਰ ਕੀਤੇ, ਇਸ ਤਰ੍ਹਾਂ ਕਹਿੰਦੇ ਵੀ ਕਈਆਂ ਦੇ ਨਾਲ ਲੜੇ ਤੇ ਕਈਆਂ ਨੂੰ ਮਾਰ ਦਿੱਤਾ। ਗਿਰੇ ਸਿੰਘ ਕੀਤੇ, ਕਈ ਸਿੰਘ ਵੀ ਉੱਥੇ ਜੰਗ ਦੇ ਮੈਦਾਨ ਖੇਤ ਵਿੱਚ ਸ਼ਹੀਦੀਆਂ ਪਾ ਗਏ। ਰਹੇ ਫੇਰ ਥੋੜੇ, ਫਿਰ ਥੋੜੇ ਜਿਹੇ ਸਿੰਘ ਰਹਿ ਗਏ। ਪਰਿਓ ਖੇਤ ਘੇਰੇ। ਘੋਰੇ, ਕਹਿੰਦੇ ਵੀ ਖੇਤ ਜਿਹੜਾ ਘੋਰੇ ਬੜਾ ਭਿਆਨਕ ਹੋਇਆ ਪਿਆ ਨਾ, ਜਿੱਥੇ ਖੂਨ ਮਿੱਝ ਤੇ ਉੱਥੇ ਮਾਸ ਖਿਲਰਿਆ ਪਿਆ ਹੈ। ਉਸ ਭਿਆਨਕ ਜੰਗ ਦੇ ਮੈਦਾਨ ਖੇਤ ਵਿੱਚ ਸਿੰਘ ਵੀ ਡਿੱਗੇ ਆ ਸ਼ਹੀਦੀਆਂ ਪਾ ਕੇ। ਤੇ ਪਰਿਓ ਖੇਤ ਘੋਰੇ, ਘੋਰੇ ਨਾਮ ਘੋੜੇ ਦਾ ਵੀ ਆ, ਉੱਥੇ ਸਿੰਘ ਵੀ ਤੇ ਘੋੜੇ ਵੀ ਡਿੱਗੇ ਪਏ ਹਨ। ਉਹਦੇ ਸਿੰਘ ਕਰੋਧਾ, ਤੇ ਭਾਈ ਉਹਦੇ ਸਿੰਘ ਕ੍ਰੋਧ ਵਿੱਚ ਆਏ ਹੋਏ ਹਨ। ਰੁਪਿਓ ਪੈਰ ਜੋਦਾ, ਕਹਿੰਦੇ ਸੂਰਮੇ ਯੋਧੇ ਦੇ ਪੈਰ ਰੁਕੇ ਹੋਏ ਹਨ ਜੰਗ ਦੇ ਮੈਦਾਨ ਵਿੱਚ। ਹਟਿਓ ਨਾਹੇ ਪਾਛੇ, ਪਿੱਛੇ ਨਹੀਂ ਪੈਰ ਹਟਾਇਆ। ਅਜੈ ਬਾਣ ਆਛੇ, ਚੰਗੀ ਤਰ੍ਹਾਂ ਤੀਰ ਚਲਾਏ ਭਾਈ ਉਹਦੇ ਸਿੰਘ ਨੇ। ਮਿਲੇ ਛਤਰ ਆਈ, ਸ਼ਤਰੂ ਬਹੁਤੇ ਆ ਕੇ ਮਿਲ ਗਏ। ਜਹੂ ਹੋਰ ਧਾਈ। ਚਾਰ ਚਫੇਰਿਓਂ ਧਾਈ ਕਹੀਏ ਦੌੜ ਕੇ ਹਮਲਾ ਕੀਤਾ। ਗਿਰਿਓ ਬੀਚ ਘੇਰੇ, ਘਿਰਿਓ ਬੀਚ ਘੇਰੇ, ਘਿਰ ਗਿਆ ਵਿੱਚ ਘੇਰੇ ਦੇ ਭਾਈ ਉਹਦੇ ਸਿੰਘ। ਲੋਕੇ ਜਫੇਰੇ, ਚਾਰ ਚਫੇਰੇ ਵੇਖਦਾ ਕਿਉਂਕਿ ਚਾਰ ਚਫੇਰਿਓਂ ਦੁਸ਼ਮਣ ਦੀ ਫੌਜ ਨੇ ਘੇਰਾ ਪਾ ਲਿਆ ਭਾਈ ਉਹਦੇ ਸਿੰਘ ਨੂੰ। ਤਉ ਧੀਰ ਧਾਰੇ, ਫਿਰ ਵੀ ਧੀਰਜ ਧਾਰੀ ਹੋਈ ਹੈ। ਅਜੈ ਤੀਰ ਸਾਰੇ। ਜਿੰਨੇ ਤੀਰ ਕੋਲੇ ਸੀ ਨਾ ਚਾਰ ਚਫੇਰੇ ਚਲਾ ਦਿੱਤੇ। ਭਇਓ ਸ਼ੁਸ਼ ਭਾਥਾ, ਤੀਰਾਂ ਵਾਲਾ ਭੱਥਾ ਖਾਲੀ ਹੋ ਗਿਆ ਭਾਈ ਉਹਦੇ ਸਿੰਘ ਦਾ। ਤਜਿਓ ਚਾਮ ਹਾਥਾ। ਉਸ ਵੇਲੇ ਉਹ ਕਹਿੰਦੇ ਵੀ ਜਿਹੜਾ ਕਮਾਨ ਸੀ ਉਹ ਹੱਥ ਵਿੱਚੋਂ ਛੱਡ ਦਿੱਤਾ ਤੇ ਹੱਥ ਵਿੱਚ ਢਾਲ ਫੜ ਲਈ। ਕਰਾ ਚੋਲ ਕਾਢੇ, ਦੂਜੇ ਹੱਥ ਵਿੱਚ ਕਿਰਪਾਨ ਕੱਢ ਲਈ ਹੈ। ਤੇ ਦੁਸ਼ਟ ਵਾਢੇ। ਹੁਣ ਕਿਰਪਾਨ ਦੇ ਨਾਲ ਕਿੰਨੇ ਹੀ ਦੁਸ਼ਟ ਵੱਢ ਦਿੱਤੇ। ਜਿਤੇ ਸਿੰਘ ਸੰਗੀ, ਜਿੰਨੇ ਨਾਲ ਦੇ ਸਿੰਘ ਸੀ ਸਾਥੀ, ਕਿਰਪਾਨੈ ਸੋ ਨੰਗੀ। ਉਹਨਾਂ ਨੇ ਵੀ ਹੱਥਾਂ ਵਿੱਚ ਨੰਗੀਆਂ ਕਿਰਪਾਨਾਂ ਫੜੀਆਂ। ਲਏ ਘੇਰ ਸਾਰੇ, ਸਾਰੇ ਸਿੰਘ ਘੇਰ ਲੈ ਦੁਸ਼ਮਣ ਦੀ ਫੌਜ ਨੇ। ਜਥਾ ਖੇਤ ਬਾਰੇ, ਇੰਜ ਘੇਰ ਲੈ ਜਿਵੇਂ ਖੇਤ ਦੇ ਦੁਆਲੇ ਵਾੜ ਹੁੰਦੀ ਹੈ, ਕਿਉਂਕਿ ਲੱਖਾਂ ਫੌਜ ਸੀ, ਕਿੰਨਾ ਕੁ ਚਿਰ ਜੰਗ ਕਰਦੇ ਸਿੰਘ। ਇੰਜ ਸਿੰਘਾਂ ਨੂੰ ਘੇਰ ਲਿਆ ਜਿਵੇਂ ਚਾਰ ਚਫੇਰੇ ਨਾ ਖੇਤ ਦੇ ਵਾੜ ਕੀਤੀ ਹੁੰਦੀ ਹੈ। ਮਨੋ ਚੰਦ ਭਾਨਾ, ਮੰਨ ਲਓ ਚੰਦਰਮਾ ਤੇ ਸੂਰਜ ਨੂੰ ਪਰਵਾਰੇ ਮਹਾਨਾ। ਜਿਵੇਂ ਚੰਦ ਦੇ ਦੁਆਲੇ ਪਰਿਵਾਰ ਹੁੰਦਾ ਤਾਰਿਆਂ ਦਾ, ਇਸ ਤਰ੍ਹਾਂ ਘੇਰ ਲਿਆ। ਚਲੇ ਬਾਣ ਗੋਰੀ, ਉਸ ਵੇਲੇ ਕਹਿੰਦੇ ਗੋਲੀਆਂ
ਤੇ ਬਾਣ ਦੁਸ਼ਮਣ ਵੱਲੋਂ ਚਲਾਏ ਗਏ। ਦਈ ਦੇਹ ਹੋਈ ਸਿੰਘਾਂ ਦੀਆਂ ਦੇਹਾਂ ਫੋੜ ਦਿੱਤੀਆਂ, ਸਿੰਘਾਂ ਦੇ ਸਰੀਰ ਵਿੰਨ ਕੇ ਰੱਖ ਦਿੱਤੇ। ਚਾਰ ਚੁਫੇਰਿਓਂ ਇੰਨੇ ਤੀਰ ਤੇ ਇੰਨੀਆਂ ਗੋਲੀਆਂ ਚੱਲੀਆਂ ਕਿ ਛਾਤੀਆਂ ਫੋੜ ਦਿੱਤੀਆਂ। ਬੜੇ ਖੰਗ ਗਾਹੇ ਬਹੁਤ ਖੰਡੇ ਚਲਾਏ ਸਿੰਘਾਂ ਨੇ ਵੀ, ਮਹਾ ਸ਼ਤਰ ਗਾਹੇ ਬਹੁਤੇ ਸ਼ਤਰੂ ਗਾਹ ਦਿੱਤੇ, ਮਾਰ ਦਿੱਤੇ। ਗਿਰੇ ਸਿੰਘ ਮਾਰੇ ਬਹੁਤਿਆਂ ਨੂੰ ਮਾਰਦੇ ਹੋਏ ਸਿੰਘ ਵੀ ਡਿੱਗ ਪਏ। ਸੁਰਗਨ ਸਿਧਾਰੇ ਸੱਚਖੰਡ ਨੂੰ ਚਲੇ ਗਏ ਸਿੱਧੇ। ਉਦੇ ਸਿੰਘ ਇੱਕ ਹੁਣ ਕੱਲਾ ਰਹਿ ਗਿਆ ਭਾਈ ਉਦੇ ਸਿੰਘ, ਪ੍ਰਹਾਰੈ ਅਨੇਕ ਅਨੇਕਾਂ ਉੱਤੇ ਪ੍ਰਹਾਰ ਕਰਦਾ ਹੈ। ਜਿਤੈ ਕੂਦ ਜਾਵੈ ਜਿੱਧਰ ਨੂੰ ਕੁੱਦ ਕੇ ਪੈਂਦਾ ਹੈ, ਤਿਤੈ ਮਾਰ ਭਾਵੈ ਉਧਰ ਮਾਰ ਕੇ ਕਿਰਪਾਨ ਦਾ ਵਾਰ ਤੇ ਖਤਮ ਕਰ ਦਿੰਦਾ ਹੈ। ਨਹੀਂ ਨੇਰ ਢੁਕੇ ਕੋਈ ਵੀ ਨੇੜੇ ਨਹੀਂ ਆਉਂਦਾ ਭਾਈ ਉਹਦੇ ਸਿੰਘ ਦੇ। ਹਟੋ ਭਾਗ ਭੂਕੇ ਆਲੇ ਦੁਆਲਿਓਂ ਕਈ ਸਾਰੇ ਜਾਂਦੇ, ਮਾਰ ਲੋ, ਪਰ ਨੇੜੇ ਕੋਈ ਨਹੀਂ ਆਉਂਦਾ ਹੈ। ਨਹੀਂ ਨੇਰ ਹੋਵੈ ਕੋਈ ਨੇੜੇ ਨਹੀਂ ਆਉਂਦਾ। ਰੁਪਿਓ ਸਿੰਘ ਜੋਵੈ ਸਿੰਘ ਐਸਾ ਵੀਰ ਰਸ ਵਿੱਚ ਆਇਆ ਹੋਇਆ, ਸਾਰੇ ਵੇਖਦੇ ਹਨ, ਐਸਾ ਤੱਤਾ ਹੋਇਆ ਸਿੰਘ। ਦੋਹਰਾ ਤੁਰਕ ਪਹਾੜੀ ਹੋਵਤੇ ਬਹੁਤੇ ਤੁਰਕ ਤੇ ਬਹੁਤੇ ਪਹਾੜੀ ਖਤਮ ਕਰ ਦਿੱਤੇ ਭਾਈ ਉਹਦੇ ਸਿੰਘ ਜੀ ਨੇ। ਖੇਤ ਭਰਿਓ ਸਮੁਦਾਇ ਇਸ ਤਰ੍ਹਾਂ ਕਹਿੰਦੇ ਵੀ ਜੰਗ ਦਾ ਮੈਦਾਨ ਹੋਇਆ ਹੈ ਬਹੁਤਾ ਸਮੁਦਾਇ। ਗੁਰ ਪ੍ਰਤਾਪ ਤੇ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਤੇਜ ਪ੍ਰਤਾਪ ਦੇ ਨਾਲ, ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ ਬਲ ਦੇ ਨਾਲ ਇਕੱਲਾ ਭਾਈ ਉਹਦੇ ਸਿੰਘ ਹੀ। ਲੜਤ ਲੱਖ ਰਿਪਾਇ ਲੱਖਾਂ ਦੁਸ਼ਮਣ ਆ ਗਏ ਆ ਤੇ ਲੱਖਾਂ ਨਾਲ ਇਕੱਲਾ ਹੀ ਲੜੀ ਜਾਂਦਾ। ਜਿਹੜਾ ਮਹਾਰਾਜ ਨੇ ਆਖਿਆ ਸੀ ਨਾ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਉਹ ਗੁਰੂ ਕੇ ਪਿਆਰੇ ਭਾਈ ਉਹਦੇ ਸਿੰਘ ਜੀ ਨੇ ਉਹ ਬਚਨਾਂ ਨੂੰ ਸਫਲਾ ਕੀਤਾ ਹੈ। ਉਹਨਾਂ ਨੂੰ ਭੁਲੇਖਾ ਪੈ ਰਿਹਾ ਹੈ ਵੀ ਇਹ ਸਿੰਘ ਨਹੀਂ ਕੋਈ ਲੜ ਰਿਹਾ, ਇਹ ਗੁਰੂ ਗੋਬਿੰਦ ਸਿੰਘ ਹੀ ਲੜ ਰਿਹਾ ਹੈ। ਪਰ ਇਹ ਨਹੀਂ ਪਤਾ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸਿੰਘ ਦੇ ਕੰਡ ਤੇ ਥਾਪੀ ਲਾਈ ਉਹੋ ਹੀ ਲੜ ਰਿਹਾ ਹੈ। ਭਾਈ ਬਚਿੱਤਰ ਸਿੰਘ ਦਾ ਵੱਡਾ ਭਰਾ ਲੜ ਰਿਹਾ ਹੈ, ਭਾਈ ਮਣੀ ਸਿੰਘ ਦਾ ਪੁੱਤਰ ਲੜ ਰਿਹਾ ਹੈ। ਫਿਰ ਜਿਵੇਂ ਸ਼ਹੀਦੀ ਪਾਉਣਗੇ, ਹੁਣ ਥੋੜੀਆਂ ਪੰਕਤੀਆਂ ਤੋਂ ਅੱਗੇ ਭਾਈ ਸਾਹਿਬ ਦਾ ਸ਼ਹੀਦੀ ਦਾ ਪ੍ਰਸੰਗ ਹੈ, ਉਹ ਕੱਲ੍ਹ ਦੇ ਦੀਵਾਨ ਵਿੱਚ ਆਵੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। हे गोविंद हे गोपाल हे दयाल लाल, प्राणनाथ अनाथ सखे दीन दर्द, हे समरथ अगम पूरन मोहे मया तार, अंधकूप महाभयान नानक पारे उतार। प्रभ शरणागति कृपा निध दयाल, एक अक्षर हर मन बसत नानक होत निहाल। कथा निदा प्रद होत है सुनहो सिंह सुजान, नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा, वाहिगुरु जी की फतेह।